ਪਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਉਹਨਾਂ ਦੇ ਸਾਥੀਆਂ ਨੇ ਜਿਹੜੀਆਂ ਗੱਲਾਂ ਦੋ ਚਾਰ ਕੀਤੀਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਕਿਹਾ ਕਿ ਦੇਖੋ ਜੇ ਪ੍ਰਤਾਪ ਸਿੰਘ ਬਾਜਵਾ ਦੀਆਂ ਚਿੱਠੀਆਂ ਤੁਸੀਂ ਭੁੱਲ ਗਏ ਜਿਹੜੀਆਂ ਤੁਹਾਡੇ ਖਿਲਾਫ ਉਹਨਾਂ ਨੇ ਹਾਈ ਕਮਾਂਡ ਨੂੰ ਲਿਖੀਆਂ ਸਨ ਜੀ, ਤੇ ਨਵਜੋਤ ਸਿੰਘ ਸਿੱਧੂ ਦੀਆਂ ਕੀਤੀਆਂ ਗੱਲਾਂ ਵੀ ਭੁੱਲ ਜਾਓ, ਇਹ ਕਿੱਡੀ ਕੁ ਗੱਲ ਹੈ। ਇਹ ਉਹਨਾਂ ਦੇ ਖਾਸ ਖੇਮੇ ਦੇ ਹੀ ਵਿਧਾਇਕ ਨੇ ਜਿਹੜੇ ਉਹਨਾਂ ਨੂੰ ਛੱਡ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਦੂਸਰੇ ਖੇਮੇ ਵਿੱਚ ਚਲੇ ਵੀ ਜਾਈਏ ਤੇ ਸਾਡਾ ਉੱਥੇ ਬਣਨਾ ਕੁਝ ਨਹੀਂ। ਮੁਆਫੀ ਮੰਗਣ ਦੀ ਉਹ ਗੱਲ ਕਰਦੇ ਨੇ ਜੀ, ਮੁਆਫੀ ਮੰਗਣ ਨੂੰ ਤੇ ਉਹਨਾਂ ਦੇ ਆਪਣੇ ਵਿਧਾਇਕ ਹੀ ਜਿਹੜੇ ਉਹਨਾਂ ਦੇ ਕਾਂਗਰਸ ਪਾਰਟੀ ਦੇ ਮੈਂਬਰ ਨੇ ਜੀ, ਉਹ ਹੀ ਨਹੀਂ ਰਾਜੀ। ਤੇ ਸ਼ਕਤੀ ਪ੍ਰਦਰਸ਼ਨ ਦੀ ਜੇ ਗੱਲ ਆਪਾਂ ਲਾ ਲਈਏ ਜੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਂ ਇਹੋ ਹੀ ਕੀਤਾ ਸੀ। ਉਹ ਇਹ ਨੇ ਕਿ ਕਿਸਾਨ ਉੱਥੋਂ ਗਏ ਨੇ, ਜਾਣ ਦੇ ਵਿੱਚ ਵੀ ਥੋੜਾ ਜਿਹਾ ਲੇਟ ਹੋਏ ਨੇ, ਬੱਸਾਂ ਗਈਆਂ ਨੇ ਜੀ, ਤੇ ਫਿਰ ਇੱਕ ਮੈਰਿਜ ਪੈਲੇਸ ਵਰਗੀ ਇੱਕ ਇਮਾਰਤ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਕਿਸਾਨਾਂ ਨੂੰ ਚੈਕਿੰਗ ਕੀਤੀ ਗਈ, ਸਾਰੀ ਜਾਂਚ ਉਹਨਾਂ ਦੀ ਕੀਤੀ ਗਈ, ਤਲਾਸ਼ੀ ਵੀ ਲਈ ਗਈ ਦੱਸੀ ਜਾਂਦੀ ਹੈ ਜੀ, ਤੇ ਉਹਨਾਂ ਦੇ ਡਾਕੂਮੈਂਟ ਵਗੈਰਾ ਵੀ ਸਾਰੇ ਕ੍ਰਾਸ ਚੈੱਕ ਕੀਤੇ ਨੇ ਤੇ ਖੱਜਲ ਖੁਆਰ ਉੱਥੇ ਕੀਤਾ, ਕੁਝ ਸਮਾਂ ਵੱਧ ਬਰਬਾਦ ਕਰਨ ਦੀ ਕੋਸ਼ਿਸ਼। ਜੰਤਰ ਮੰਤਰ ਇਹੋ ਜਿਹੀ ਜਗ੍ਹਾ ਹੈ ਜੀ, ਜੰਤਰ ਮੰਤਰ ਤੇ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਹੀ ਵੱਡਾ ਜਿਹੜਾ ਧਰਨਾ ਮੁਜ਼ਾਹਰਾ ਹੋਇਆ ਸੀ ਜਦੋਂ ਭ੍ਰਿਸ਼ਟਾਚਾਰ ਤੇ ਹੋਰ ਸਾਰੀਆਂ ਗੱਲਾਂ ਦੇ ਖਿਲਾਫ ਆਵਾਜ਼ਾਂ ਉੱਠੀਆਂ ਸਨ, ਤੇ ਉੱਥੇ ਜਿਹੜਾ ਮੁੱਢ ਵੱਜਾ ਸੀ ਕਿ ਉਹਨਾਂ ਦੀ ਕਾਂਗਰਸ ਸਰਕਾਰ ਦਾ ਖਾਤਮਾ ਹੋ ਗਿਆ ਸੀ। ਭਾਰਤ ਸਰਕਾਰ ਦੇ ਅੰਕੜੇ ਕੁਝ ਬੋਲਦੇ ਨੇ ਤੇ ਵਿਦੇਸ਼ੀ ਰਿਪੋਰਟ ਕੁਝ ਹੋਰ ਬੋਲ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ ਕਰੋਨਾ ਨਾਲ 49 ਤੋਂ 50 ਲੱਖ ਦੇ ਦਰਮਿਆਨ ਹੋ ਸਕਦੀ ਹੈ। ਸਰਕਾਰ ਨੇ ਇਹਨਾਂ ਇਨਫੋਰਮੇਸ਼ਨ ਅਗਰ ਲੋਕਾਂ ਤੱਕ ਨਾ ਪਹੁੰਚਾਈ ਤੇ ਬਾਹਰਲੀ ਰਿਪੋਰਟ ਮੁਤਾਬਕ ਤੇ ਸੀਰੋ ਦੀ ਰਿਪੋਰਟ ਮੁਤਾਬਕ ਜਲਦੀ ਤੋਂ ਜਲਦੀ ਜਿਹੜੇ ਹਨ 2-3 ਮਹੀਨਿਆਂ ਦੇ ਵਿੱਚ 40 ਤੋਂ 45 ਕਰੋੜ ਲੋਕਾਂ ਨੂੰ ਦੁਬਾਰਾ ਕਰੋਨਾ ਹੋਣ ਦਾ ਖਤਰਾ ਬਰਕਰਾਰ ਹੈ। ਇਸ ਤਰ੍ਹਾਂ ਦੇ ਕਹਿੰਦੇ ਕੋਡ ਜਿੰਦੇ ਲਾਏ ਗਏ ਨੇ, ਕਈ ਜਗ੍ਹਾ ਤੋਂ ਤੇ ਬਹੁਤਾ ਸਮਾਨ ਚੁੱਕ ਲਿਆ ਜੀ, ਕਈ ਜਗ੍ਹਾ ਤੇ ਇਹੋ ਜਿਹੇ ਜਿੰਦੇ ਲਾ ਦਿੱਤੇ ਗਏ ਨੇ ਕਿ ਜਿਨ੍ਹਾਂ ਦੇ ਪਾਸਵਰਡ ਅਫਗਾਨਿਸਤਾਨ ਸਰਕਾਰ ਕੋਲ ਵੀ ਨਹੀਂ ਹੈ ਜੀ। ਪਰ ਜੇ ਸਰਕਾਰ ਨਾ ਰਹੀ ਤੇ ਪਾਸਵਰਡ ਨਾ ਬੂਹਾ ਕਿਨ ਖੋਲਣਾ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਇੱਕ ਫੋਟੋ ਜਿਹੜੀ ਸੀ ਪ੍ਰਦਰਸ਼ਿਤ ਕਰ ਦਿੱਤੀ, ਟਵਿੱਟਰ ਤੇ ਪਾ ਦਿੱਤੀ ਜੀ, ਜਿਸ ਨਾਲ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜਿਹੜਾ ਸੀ ਮਿਰਚਾਂ ਲੱਗੀਆਂ ਤੇ ਪਾਕਿਸਤਾਨ ਦੇ ਬੇਸਿਕਲੀ ਇੱਕ ਰਿਸ਼ਤੇ ਦਾ ਜ਼ਖਮ ਹੈ ਉਹ ਫੋਟੋ। ਜਸਟਿਨ ਟਰੂਡੋ ਜੀ ਨੇ ਜਵਾਬ ਦਿੱਤਾ ਹੈ, ਇਹਨਾਂ ਨੇ ਕਿਹਾ ਸੀ ਕਿ ਕੀ ਤੁਸੀਂ ਆਪਣੇ ਇਸ ਤਰ੍ਹਾਂ ਜਿਹੜੇ ਧੋਖਾਧੜੀ ਦੇ ਪੰਜਾਬ 'ਚ ਕੇਸ ਹੋ ਰਹੇ ਨੇ ਤੁਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ 'ਚ ਕੁਝ ਬਦਲਾਅ ਕਰੋਗੇ ਜੀ। ਉਹਨਾਂ ਨੇ ਕਹਿ ਦਿੱਤਾ ਨਹੀਂ। ਅੱਜ ਕੁੰਦਰਾ ਵਿਵਾਦਗ੍ਰਸਤ ਵਿਅਕਤੀ ਨੇ, ਰਾਜ ਕੁੰਦਰਾ ਨੇ ਗੱਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮੰਨੀ ਹੈ ਕਿ ਜਿਹੜਾ ਵਿਅਕਤੀ ਇਸ ਕਾਂਡ ਦੇ ਵਿੱਚ ਮੁੱਖ ਦੋਸ਼ੀ ਹੈ ਮੇਰੇ ਉਹਦੇ ਨਾਲ ਸੰਬੰਧ ਨਹੀਂ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਗੱਲਾਂ ਬਾਤਾਂ ਹੋਣਗੀਆਂ ਕਿਸਾਨ ਸੰਸਦ ਦੇ ਬਾਰੇ 'ਚ। ਨਵਜੋਤ ਸਿੰਘ ਸਿੱਧੂ ਦੀ ਤਾਜ਼ਪੋਸ਼ੀ ਸਮਾਗਮ ਜਾਂ ਸਿਰਫ ਸਿਆਸਤ? ਚੜੂਣੀ ਨੇ ਹੁਣ ਕਿਹੜਾ ਰਾਗ ਅਲਾਪਿਆ? ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀ ਮਨੀਸ਼ਾ ਗੁਲਾਟੀ ਨੂੰ ਦਿੱਤਾ ਕੋਈ ਜਵਾਬ? ਇਸ ਤੋਂ ਇਲਾਵਾ ਕੁਝ ਹੋਰ ਮੁੱਦਿਆਂ ਤੇ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ। ਸੋ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਸਿਆਸਤ ਦੀ। ਸਿੱਧੂ ਗੇੜੀ ਤੇ ਗੇੜੀ ਮਾਰ ਰਹੇ ਨੇ, ਹਰ ਥਾਂ ਤੇ ਜਾ ਰਹੇ ਨੇ ਤੇ ਹੁਣ ਭਲਕੇ ਉਹਨਾਂ ਦੀ ਤਾਜ਼ਪੋਸ਼ੀ ਸਮਾਗਮ ਹੈ, ਉਹਦੇ ਲਈ ਭਲਾ ਕੀ ਤਿਆਰੀਆਂ? ਇਹ ਹੋ ਕੀ ਰਿਹਾ ਸਮਝ ਨਹੀਂ ਲੱਗ ਰਹੀ ਕੁਛ ਨਹੀਂ। ਜਿਵੇਂ ਤੁਸੀਂ ਕਿਹਾ ਕਿ ਹੋ ਕੀ ਰਿਹਾ, ਤਾਜ਼ਪੋਸ਼ੀ ਤੇ ਸਦੀਆਂ ਪੁਰਾਣੀ ਰਵਾਇਤ ਹੈ। ਜਦੋਂ ਇੱਕ ਬਾਦਸ਼ਾਹ ਦੇ ਗੱਦੀ ਖੁੱਸਣ ਮਗਰੋਂ ਜਾਂ ਉਸ ਦੀ ਮੌਤ ਦੇ ਮਗਰੋਂ ਦੂਸਰੇ ਬਾਦਸ਼ਾਹ ਨੂੰ ਗੱਦੀ ਸੌਂਪੀ ਜਾਂਦੀ ਸੀ, ਉਸ ਦੇ ਵਾਰਸਾਂ ਨੂੰ ਜਾਂ ਜਿਨ੍ਹਾਂ ਨੂੰ ਉਹਨੇ ਥਾਪਿਆ ਹੁੰਦਾ ਸੀ ਜੀ, ਤੇ ਤਾਜ਼ਪੋਸ਼ੀ ਸਮਾਗਮ ਕੀਤੇ ਜਾਂਦੇ ਸਨ। ਅਕਬਰ ਦਾ ਗ੍ਰੇਟ ਉਹਨਾਂ ਨੂੰ ਕਿਹਾ ਵੀ ਜਾਂਦਾ ਹੈ। ਉਹਨਾਂ ਦੀ ਜਦੋਂ ਤਾਜ਼ਪੋਸ਼ੀ ਹੋਈ ਹੈ ਤੇ ਅਜੇ ਉਹ ਜਿੱਥੇ ਉਹਨਾਂ ਨੇ ਤਖਤ 'ਤੇ ਬੈਠਣਾ ਸੀ ਉਸ ਤੋਂ ਬਹੁਤ ਦੂਰ ਸਨ ਜੀ, ਲਾਗੇ ਛਾਗੇ ਵੀ ਨਹੀਂ ਸੀ। ਰਾਜ ਤੇ ਉਹਨਾਂ ਦਾ ਰਾਜ ਭਾਗ ਬਹੁਤ ਵੱਡਾ ਸੀ, ਪਰ ਉਹਨਾਂ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਐਲਾਨ ਹੋ ਚੁੱਕਾ ਸੀ ਕਿ ਅਗਲੇ ਬਾਦਸ਼ਾਹ ਉਹ ਹੋਣਗੇ ਥੋੜ੍ਹੀ ਉਮਰ ਦੇ ਵਿੱਚ ਹੀ ਜੀ। ਤੇ ਪੰਜਾਬ ਦੇ ਕਸਬੇ ਕਲਾਨੌਰ ਦੇ ਵਿੱਚ ਉਹਨਾਂ ਦੀ ਤਾਜ਼ਪੋਸ਼ੀ ਹੋਈ ਸੀ ਜੀ। ਖੈਰ, ਇਤਿਹਾਸ ਵੱਲ ਨੂੰ ਨਾਂ ਲੈ ਕੇ ਜਾਈਏ, ਤਾਜ਼ਪੋਸ਼ੀ ਫਿਰ ਭਾਰਤ ਨੇ ਨਵਾਂ ਰੰਗ ਵੀ ਵੇਖਿਆ। ਸਿਆਸੀ ਤਾਜ਼ਪੋਸ਼ੀ, ਜਾਰਜ ਪੰਚਮ ਦੀ ਤਾਜ਼ਪੋਸ਼ੀ ਹੋਈ ਜਿਹੜੀ, ਤੇ ਭਾਰਤ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੇ ਸੀ ਇਸ ਤਰ੍ਹਾਂ ਦੇ ਜਸ਼ਨ ਮਨਾਏ ਗਏ ਜੀ। ਤਾਜ਼ਪੋਸ਼ੀ ਦੇ ਫਿਰ ਪੱਧਰ ਹੌਲੀ ਜਿਹੜੇ ਨੇ ਉਹ ਘਟਦੇ ਗਏ, ਨੀਵੇਂ ਆਉਂਦੇ ਗਏ ਜੀ। ਸਿਆਸੀ ਆਗੂਆਂ ਦੀ ਤਾਜ਼ਪੋਸ਼ੀ ਹੋਣ ਲੱਗ ਪਈ ਜੀ। ਸਹੁੰ ਚੁੱਕ ਸਮਾਗਮ ਹੋਣ ਲੱਗ ਪਏ। ਸਹੁੰ ਚੁੱਕ ਸਮਾਗਮ ਜਿਹੜੇ ਸੀ ਬੜੇ ਲੋ ਪ੍ਰੋਫਾਈਲ, ਬੜੇ ਇੱਕ ਜ਼ਾਬਤੇ 'ਚ ਰਹਿ ਕੇ
ਜਿਹੜੇ ਸਾਡੇ ਹਾਲ ਬਣੇ ਹੋਏ ਨੇ ਜਾਂ ਜਿਹੜੇ ਸਾਡੇ ਆਫਿਸਿਸ ਨੇ ਉਹਨਾਂ ਦੇ ਵਿੱਚ ਹੁੰਦੇ ਸਨ, ਮਤਲਬ ਸਾਦੇ ਜਿਹੇ ਸਮਾਗਮ ਹੁੰਦੇ ਸੀ, ਉਹ ਖੁੱਲੀਆਂ ਗਰਾਊਂਡਾਂ 'ਚ ਹੋਣ ਲੱਗ ਪਏ। ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਵਾਰੀ ਸਟੇਡੀਅਮ ਦੇ ਵਿੱਚ ਸਹੁੰ ਚੁੱਕੀ ਸੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੀ ਪਾਰਟੀ ਨੇ। ਜੀ ਅਰਵਿੰਦ ਕੇਜਰੀਵਾਲ ਨੇ ਵੀ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਰਚ ਕੇ ਤੇ ਉੱਥੇ ਸਹੁੰ ਚੁੱਕਣ ਦਾ ਪ੍ਰੋਗਰਾਮ ਕੀਤਾ। ਜੀ ਪਰ ਜਿਹੜਾ ਸਿੱਧੂ ਦੀ ਤਾਜ਼ਪੋਸ਼ੀ ਬਾਰੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਤੇ 1-2 ਦਿਨਾਂ ਤੋਂ ਲੈ ਕੇ ਰੌਲਾ ਚੱਲ ਰਿਹਾ ਹੈ, ਜੀ ਅਜੇ ਕੱਲ ਨੂੰ ਹੈ, ਜੀ ਉਹਦੇ ਬਾਰੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਕਿ 62 ਵਿਧਾਇਕ ਜਿਹੜੇ ਨੇ ਸਿੱਧੂ ਦੇ ਨਾਲ ਇਸ ਵੇਲੇ ਖੜੇ ਨਜ਼ਰ ਵੇਖੇ ਜਾ ਸਕਦੇ ਨੇ, ਜੀ ਖੜੇ ਨਜ਼ਰ ਆ ਰਹੇ ਨੇ। ਜੀ 77 ਤੇ ਕੁੱਲ ਵਿਧਾਇਕ ਨੇ ਕਾਂਗਰਸ ਦੇ, ਜੀ ਤੇ 15 ਵਿਧਾਇਕ ਇਹਦਾ ਮਤਲਬ ਅਜੇ ਵੀ ਕਿਤੇ ਹੋਰ ਨੇ ਜਾਂ ਇੱਕ ਪਾਸੇ ਨੇ, ਜੀ ਜਿਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਨੇ। ਜੀ ਹੋਰ ਉਹਨਾਂ ਦੇ ਖੇਮੇ 'ਚ ਕੁੱਲ ਮਿਲਾ ਕੇ ਇਸ ਹਿਸਾਬ ਨਾਲ 15 ਕੋ ਵਿਧਾਇਕ ਨੇ ਜੀ ਜਿਹੜੇ ਖੁੱਲ੍ਹ ਕੇ ਨਿਖੜ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ 62 ਜਿਹੜੇ ਖਲੋ ਗਏ ਨੇ। ਜੀ ਉਹਨਾਂ ਦਾ ਤਾਂ ਪਤਾ ਹੀ ਹੈ, ਜਿਹੜੇ ਦੂਸਰੇ 15 ਵੱਜਦੇ ਨੇ ਉਹਨਾਂ ਵਿੱਚੋਂ ਵੀ ਕੋਈ 2-4 ਹੋ ਸਕਦੇ ਨੇ ਜਿਹੜੇ ਕੱਲ੍ਹ ਅੰਮ੍ਰਿਤਸਰ ਨਹੀਂ ਪਹੁੰਚ ਸਕੇ। ਜੀ ਅੰਮ੍ਰਿਤਸਰ ਦੇ ਵਿੱਚ ਤਾਜਪੋਸ਼ੀ ਸਮਾਗਮਾਂ ਦਾ ਮੁੱਢ ਬੰਨਿਆ ਗਿਆ। ਤਾਜਪੋਸ਼ੀ ਸਮਾਗਮ ਤੇ ਕਾਂਗਰਸ ਭਵਨ ਦੇ ਵਿੱਚ ਹੋਣਗੇ, ਰਾਜਧਾਨੀ ਦੇ ਵਿੱਚ, ਜੀ ਪਰ ਇੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ, ਸਿੱਧੂ ਦੇ ਘਰ ਵਿਖੇ ਬ੍ਰੇਕਫਾਸਟ ਹੋਇਆ, ਜੀ ਦੁਰਗਿਆਣਾ ਮੰਦਿਰ ਵੀ ਗਈ ਇਹ ਟੀਮ ਸਾਰੀ। ਜੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਜਾਣਾ ਵੀ ਥੋੜਾ ਜਿਹਾ ਮਾੜਾ ਮੋਟੇ ਵਿਵਾਦ ਤਾਂ ਮੈਂ ਨਹੀਂ ਕਹਿ ਸਕਦਾ, ਪਰ ਉਸ ਦੇ ਬਾਰੇ ਚੁੰਝ ਚਰਚਾ ਜੀ ਚੱਲਦੀ ਰਹੀ ਹੈ। ਜੀ ਉਹ ਇਸ ਤਰ੍ਹਾਂ ਦੀ ਚੁੰਝ ਚਰਚਾ ਕਿ ਉੱਥੇ ਗਏ, ਇੱਕ ਤਾਂ ਸਪਸ਼ਟ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਦਾਇਤਾਂ ਨੇ ਕਿ ਇੱਥੇ ਕੋਈ ਬਹੁਤਾ ਇਸ ਤਰ੍ਹਾਂ ਦਾ ਕੋਈ ਵੀ ਆਉਂਦਾ ਤਾਂ ਕੋਈ ਇਸ ਤਰ੍ਹਾਂ ਦਾ ਜਲਾਓ ਨਾ ਕੀਤਾ ਜਾਵੇ, ਜੀ ਕੈਮਰਿਆਂ ਤੋਂ ਤੇ ਫੋਟੋਆਂ ਤੋਂ ਗੁਰੇਜ਼ ਕੀਤਾ ਜਾਵੇ। ਪਰ ਉੱਥੇ ਬਹੁਤ ਵੱਡੀ ਭੀੜ ਜਿਹੜੀ ਸੀ ਉਹ 62 ਨਹੀਂ ਸਨ, ਉਹ ਤੇ ਇਸ ਤਰ੍ਹਾਂ ਲੱਗਦਾ ਜਿਵੇਂ 6200 ਹੋਣ, ਜੀ ਇੰਨੇ ਸਮਰਥਕ ਇਕੱਠੇ ਹੋਏ ਸਨ। ਜੀ ਵਿੱਚੇ ਮੀਡੀਆ ਵਾਲਿਆਂ ਦੀ ਭੀੜ, ਸਾਰਿਆਂ ਦੀ ਉੱਥੇ ਭੀੜ ਇਕੱਠੀ ਹੋਈ ਸੀ। ਪਰ ਉਹ ਜਿਹੜਾ ਉਹਨਾਂ ਦਾ ਸੂਚਨਾ ਦਫ਼ਤਰ ਹੈ ਉਸ ਦੇ ਵਿੱਚ ਵੀ ਨਹੀਂ ਗਏ, ਜੀ ਨਾ ਸ਼੍ਰੋਮਣੀ ਕਮੇਟੀ ਨੇ ਕੋਈ ਵਿਸ਼ੇਸ਼ ਉਪਰਾਲਾ ਉਹਨਾਂ ਦੇ ਜਾਣ ਤੇ ਕੀਤਾ, ਜੀ ਤੇ ਨਾ ਉਹਨਾਂ ਨੂੰ ਸਿਰੋਂ ਪਾਓ ਜਿਹੜਾ ਸੀ ਉਹ ਭੇਟ ਕੀਤਾ ਗਿਆ। ਜੀ ਇਸ ਤੋਂ ਬਾਅਦ ਸ੍ਰੀ ਲక్ష్ਮੀ ਨਾਰਾਇਣ ਮੰਦਿਰ ਉਹ ਜਦੋਂ ਜਾਂਦੇ ਨੇ, ਦੁਰਗਿਆਣਾ ਮੰਦਿਰ, ਜੀ ਤੇ ਉੱਥੇ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਤੇ ਇੱਕ ਯਾਦਗਾਰੀ ਫੋਟੋ ਵੀ ਉੱਥੇ ਦਿੱਤੀ ਗਈ ਹੈ, ਜੀ ਉਹ ਉਹਨਾਂ ਨੇ ਰੱਖ ਲਈ ਹੈ। ਇਸ ਤੋਂ ਬਾਅਦ ਉਹ ਰਾਮ ਤੀਰਥ ਵੀ ਗਏ ਨੇ। ਜੀ ਹੁਣ ਹੋਰ ਕਿੱਥੇ ਕਿੱਥੇ ਜਾਣਗੇ, ਕਿੱਦਾਂ ਕਿੱਦਾਂ ਅੱਜ ਹੋਵੇਗੀ ਜੀ ਜਿਹੜੀ ਤੇ ਅੱਜ ਦੀ ਗੱਲ ਹੈ। ਇੱਕ ਤੇ ਉਹਨਾਂ ਨੇ ਰਾਜ ਭਵਨ ਵੱਲ ਰੋਸ ਮਾਰਚ ਕਰਨਾ ਹੈ ਕਾਂਗਰਸੀ ਆਪਣੇ ਸਾਥੀਆਂ ਨੂੰ ਲੈ ਕੇ, ਜੀ ਜੋ ਵੀ ਹੋ ਰਿਹਾ, ਜਿਵੇਂ ਵੀ ਹੋ ਰਿਹਾ, ਸਾਰਾ ਕੁਝ ਦੇ ਖਿਲਾਫ ਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਜਸੂਸੀ ਮਾਮਲਾ, ਹੋਰ ਬਹੁਤ ਸਾਰੀਆਂ ਚੀਜ਼ਾਂ ਇਕੱਠੇ ਕਰਕੇ ਤੇ ਆਪਣੀ ਹੀ ਸਰਕਾਰ ਦੇ ਵਿਰੁੱਧ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਣੀ ਹੀ ਸੰਸਦ ਜਿਹੜੇ ਨੇ ਵਿਧਾਇਕ ਜਿਹੜੇ ਨੇ ਮਾਰਚ ਕਰਨ ਚੱਲੇ ਹੋਣ। ਜੀ ਜੀ ਤੇ ਕਿਤੇ ਇਹ ਵੀ ਕੁਲਦੀਪ ਜੀ ਚਰਚਾ ਹੈ ਕਿ ਉਹਨਾਂ ਨੇ ਕੈਨਸਲ ਕਰ ਦਿੱਤਾ ਹੈ ਪ੍ਰੋਗਰਾਮ, ਕਿ ਤੁਹਾਨੂੰ ਲੱਗਦਾ ਇਦਾਂ ਦਾ ਕੁਝ ਚਰਚਾ ਹੈ? ਅਜੇ ਤੱਕ ਕੈਂਸਲ ਕਰਨ ਦੀ ਨਹੀਂ ਹੈ, ਸ਼ਾਮ ਤੱਕ ਕੋਈ ਆ ਜਾਵੇ ਤਾਂ ਕਹਿ ਨਹੀਂ ਸਕਦੇ। ਜੀ ਉਹਨਾਂ ਨੇ ਸਮਾਗਮ ਜਿਹੜਾ ਕਾਂਗਰਸ ਭਵਨ ਦੇ ਵਿੱਚ ਰੱਖਿਆ ਗਿਆ ਉਸ ਦੇ ਵਿੱਚ ਹੋਰ ਸਾਰੀਆਂ ਗੱਲਾਂ ਹੀ ਠੀਕ ਹੋ ਗਈਆਂ ਨੇ, ਜੀ ਪਰ ਕੈਪਟਨ ਅਮਰਿੰਦਰ ਸਿੰਘ ਦਾ ਆਉਣਾ ਜਾਂ ਨਾ ਆਉਣਾ ਜਿਹੜਾ ਹੈ ਜੀ ਉਸ ਦੇ ਬਾਰੇ ਛਛੋ-ਪੰਜ ਪੂਰੀ ਤਰ੍ਹਾਂ ਬਣੀ ਹੋਈ ਹੈ। ਜੀ ਬਾਟਾ ਦੇ ਵਿੱਚੋਂ ਇੱਕ ਵਿਧਾਇਕ ਦੀ ਡਿਊਟੀ ਲਾ ਦਿੱਤੀ ਗਈ ਕਿ ਤੁਸੀਂ ਹੁਣ ਜਾਣਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਪੱਤਰ ਦੇ ਕੇ ਆਉਣਾ, ਪਤਾ ਨਹੀਂ ਕਾਰਡ ਛਪਾਏ ਨੇ ਜੀ ਜਾਂ ਵੈਸੇ ਹੀ ਮੂੰਹ ਜ਼ਬਾਨੀ ਸੱਦਾ ਦੇਣਾ। ਪਰ ਰਵੀਨ ਠੁਕਰਾਲ ਜਿਹੜੇ ਨੇ ਮੀਡੀਆ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਹ ਲਗਾਤਾਰ ਟਵੀਟ ਕੱਲ ਵੀ ਕਰਦੇ ਰਹੇ ਨੇ। ਜੀ ਉਹਨਾਂ ਨੇ ਕਿਹਾ ਕਿ ਚੀਫ ਮਿਨਿਸਟਰ ਆਫਿਸ ਦਾ ਸਟੈਂਡ ਪਹਿਲਾਂ ਵਾਲਾ ਹੈ, ਜੀ ਜਦੋਂ ਤੱਕ ਨਵਜੋਤ ਸਿੱਧੂ ਜਨਤਕ ਤੌਰ ਤੇ ਉਹਨਾਂ ਕੋਲੋਂ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਹੀਂ ਮਿਲਣਗੇ। ਜੀ ਇਹ ਗੱਲ ਕਿਤੇ ਨਹੀਂ ਕਹੀ ਕਿ ਵੀ ਸਮਾਗਮ 'ਚ ਨਹੀਂ ਜਾਣਗੇ, ਤੇ ਜੇ ਇਨਡਾਇਰੈਕਟਲੀ ਇਸ ਨੂੰ ਸਮਝਿਆ ਜਾਵੇ ਤਾਂ ਇਸ ਦਾ ਮਤਲਬ ਇਹੀ ਹੈ ਕਿ ਉੱਥੇ ਨਹੀਂ ਜਾਣਗੇ। ਜੀ ਨਵਜੋਤ ਸਿੰਘ ਸਿੱਧੂ ਨੂੰ ਨਾ ਮਿਲਣ ਦੀ ਗੱਲ ਉਹ ਆਖ ਰਹੇ ਨੇ। ਜੀ ਤੇ ਹੁਣ ਤੇ ਇਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਰਹੇ, ਜੀ ਹੋਰ ਵੀ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਖੁੱਲ੍ਹ ਕੇ ਬੋਲ ਰਹੇ ਨੇ ਆਪਣੇ ਹੀ ਕੈਪਟਨ ਸਾਹਿਬ ਦੇ ਖਿਲਾਫ। ਜੀ ਇਹ ਹਾਲਾਤ ਬਦਲਦਿਆਂ ਟਾਈਮ ਨਹੀਂ ਲੱਗਦਾ। ਜੀ ਤੇ ਕੈਪਟਨ ਸਾਹਿਬ ਦਾ ਹਾਂਜੀ ਮੈਂ ਕਹਿ ਰਹੀ ਸੀ ਨਵਜੋਤ ਸਿੰਘ ਸਿੱਧੂ ਨੇ ਨਾ ਸੱਦਾ ਦਿੱਤਾ ਹੈ ਤਾਜਪੋਸ਼ੀ ਸਮਾਗਮ ਲਈ ਪ੍ਰਿਯੰਕਾ ਗਾਂਧੀ ਨੂੰ। ਇਹ ਇਸ਼ਾਰਾ ਦੋਨਾਂ ਪਾਸੇ ਹੈ ਕਿ ਇੱਕ ਤਾਂ ਕੈਪਟਨ ਨੂੰ ਨਜ਼ਰ ਕਰਨਾ ਹੈ ਤਾਂ ਜਾਂ ਕੁਝ ਹੋਰ ਵੀ। ਹਰੀਸ਼ ਰਾਵਤ ਤੇ ਆ ਰਹੇ ਨੇ, ਜੀ ਰਾਹੁਲ ਗਾਂਧੀ ਦੇ ਆਉਣ ਦੀਆਂ ਵੀ ਕਨਸੋਆਂ ਨੇ ਵੀ ਉਹ ਵੀ ਆ ਸਕਦੇ ਨੇ। ਜੀ ਜੇ ਵਾਕਿਆ ਹੀ ਇੰਨੇ ਵੱਡੇ ਪੱਧਰ ਤੇ ਉੱਥੋਂ ਆਗੂ ਪਹੁੰਚਦੇ ਨੇ ਜਾਂ ਪ੍ਰਿਯੰਕਾ ਗਾਂਧੀ ਵੀ ਆਉਂਦੇ ਨੇ ਜੀ ਤੇ ਕੈਪਟਨ ਅਮਰਿੰਦਰ ਸਿੰਘ ਫੇਰ ਨਹੀਂ ਆਉਂਦੇ, ਫੇਰ ਜਿਹੜੇ ਨੇ ਕਸ਼ਮਕਸ਼ ਦੇ ਸਿੱਧੇ ਨਿਸ਼ਾਨ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਪਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਉਹਨਾਂ ਦੇ ਸਾਥੀਆਂ ਨੇ ਜਿਹੜੀਆਂ ਗੱਲਾਂ 2-4 ਕੀਤੀਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਕਿਹਾ, ਜੀ ਭਾਵੇਂ ਕੱਲ ਦੇ ਬਿਆਨ ਨੇ, ਜੀ ਉਹਨਾਂ ਨੂੰ ਗੌਰ ਨਾਲ ਵੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੇ ਪ੍ਰਤਾਪ ਸਿੰਘ ਬਾਜਵਾ ਦੀਆਂ ਚਿੱਠੀਆਂ ਤੁਸੀਂ ਭੁੱਲ ਗਏ ਜਿਹੜੀਆਂ ਤੁਹਾਡੇ ਖਿਲਾਫ ਉਹਨਾਂ ਨੇ ਹਾਈ ਕਮਾਂਡ ਨੂੰ ਲਿਖੀਆਂ ਸਨ, ਜੀ ਤੇ ਨਵਜੋਤ ਸਿੰਘ ਸਿੱਧੂ ਦੀਆਂ ਕੀਤੀਆਂ ਗੱਲਾਂ ਵੀ ਭੁੱਲ ਜਾਓ, ਇਹ ਕਿੱਡੀ ਕੁ ਗੱਲ ਹੈ। ਜੀ
ਤੇ ਇਹ ਵੀ ਕਈ ਮਾਹਿਰਾਂ ਨੇ ਆਖਿਆ ਕਿ 2 ਚਾਹ ਦੀਆਂ ਚੁਸਕੀਆਂ ਤੇ ਪ੍ਰਤਾਪ ਸਿੰਘ ਬਾਜਵਾ ਮੰਨ ਗਏ ਨੇ ਜੀ ਤੇ ਇਹਨਾਂ ਨੂੰ ਵੀ ਸਮਝ ਲਓ, ਇਹਨਾਂ ਨੂੰ ਵੀ ਉਸੇ ਕਤਾਰ 'ਚ ਖੜੇ ਕਰ ਲਓ ਜੀ ਤੇ ਲੰਚ ਡਿਪਲੋਮੇਸੀ ਤੇ ਬਹੁਤ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਬਣੀ ਨਹੀਂ ਜਾਪਦੀ। ਜੀ ਹੁਣ ਮੇਰਾ ਖਿਆਲ ਹੈ ਕਿ ਰਾਈਟਿੰਗ ਔਨ ਦਾ ਵਾਲ ਜਿਹੜੀ ਹੈ, ਕੰਧ ਤੇ ਲਿਖਿਆ ਪੜ੍ਹਨ ਤੋਂ ਅਸਮਰੱਥ ਨੇ ਕੈਪਟਨ ਤੇ ਉਹਨਾਂ ਦੇ ਸਮਰਥਕ। ਜੀ ਬ੍ਰਹਮ ਮਹਿੰਦਰਾ ਨਾਲ ਜਾ ਖਲੋਏ ਨੇ ਕੈਪਟਨ ਸਾਹਿਬ ਦੇ, ਜੀ ਲਾਗੇ ਰਿਹਾਇਸ਼ ਆ ਉਹਨਾਂ ਦੀ ਮੋਤੀ ਬਾਗ ਦੇ, ਬਹੁਤੀ ਦੂਰ ਨਹੀਂ ਹੋ ਰਹਿੰਦੇ। ਤੇ ਬ੍ਰਹਮ ਮਹਿੰਦਰਾ ਸਿੱਧੇ ਤੌਰ ਤੇ ਕੈਪਟਨ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਵਜੋਂ ਵੇਖ ਰਹੇ ਨੇ। ਇਹ ਵੀ ਕਨਸੂਆ ਸਨ ਮਾਹਿਰ, ਇਹ ਵੀ ਕਹਿੰਦੇ ਸਨ ਜੀ ਕਿ ਨਵਜੋਤ ਸਿੰਘ ਸਿੱਧੂ ਅਗਰ ਕਾਂਗਰਸ ਦੇ ਵਿੱਚ ਰਹਿੰਦੇ ਨੇ, ਪਟਿਆਲੇ ਤੋਂ ਕਿਤੇ ਲੜਦੇ ਨੇ, ਤੇ ਉਹ ਸੀਟ ਬ੍ਰਹਮ ਮਹਿੰਦਰਾ ਵਾਲੀ ਹੀ ਹੋਵੇਗੀ। ਜੀ ਸੋ ਇਸੇ ਇਹ ਜਿਹੜੇ 15 ਵਿਧਾਇਕ ਨੇ ਬੇਸਿਕਲੀ ਕੈਪਟਨ ਸਾਹਿਬ ਦੇ ਨਾਲ ਜੁੜੇ ਹੋਏ, ਇਹ ਉਹਨਾਂ ਦੇ ਖਾਸ ਖੇਮੇ ਦੇ ਹੀ ਵਿਧਾਇਕ ਨੇ ਜਿਹੜੇ ਉਹਨਾਂ ਨੂੰ ਛੱਡ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਦੂਸਰੇ ਖੇਮੇ ਵਿੱਚ ਚਲੇ ਵੀ ਜਾਈਏ ਜੀ ਤੇ ਸਾਡਾ ਉੱਥੇ ਬਣਨਾ ਕੁਝ ਨਹੀਂ। ਜੀ ਤੇ ਇਹ ਦੂਸਰੀ ਗੱਲ ਇੱਕ ਹੋਰ ਹੈ, ਇਹ ਬੜੀ ਇੰਟਰਸਟਿੰਗ ਹੈ। ਜੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੇ 58 ਕੋਲ 59 ਸੀਟਾਂ ਚਾਹੀਦੀਆਂ ਨੇ। ਜੇ ਕਿਸੇ ਨੇ ਬਹੁਮਤ ਸਿੱਧ ਕਰਨਾ ਹੋਵੇ ਤੇ ਨਵਜੋਤ ਸਿੱਧੂ ਤੇ 62 ਚੁੱਕੀ ਫਿਰਦੇ ਨੇ। ਜੀ ਜਿਹੜੇ ਉਹਨਾਂ ਕੋਲ 62 ਵਿਧਾਇਕ ਨੇ ਇਸ ਵੇਲੇ, ਜੀ ਇਹਨਾਂ ਵਿੱਚੋਂ ਵੀ ਸ਼ਾਇਦ ਕਈਆਂ ਨੂੰ ਅੰਦਾਜ਼ਾ ਨਾ ਹੋਵੇ ਇਸ ਗੱਲ ਦਾ, ਪਰ ਯਕੀਨ ਕਰੋ ਇਹਨਾਂ ਵਿੱਚੋਂ ਵੀ ਬਹੁਤਿਆਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ, ਗੱਲ ਪੱਕੀ ਆ। ਜੀ ਜੇ ਇਸੇ ਸੂਰਤ ਵਿੱਚ ਇਲੈਕਸ਼ਨਾਂ ਹੁੰਦੀਆਂ ਨੇ, ਜੀ 5 ਮਹੀਨਿਆਂ ਨੂੰ ਹੋ ਜਾਣ, 6 ਨੂੰ ਹੋ ਜਾਣ, 7 ਨੂੰ ਹੋ ਜਾਣ, 8 ਨੂੰ ਹੋ ਜਾਣ, ਇਹਨਾਂ ਵਿੱਚੋਂ ਵੀ ਸਾਰਿਆਂ ਨੂੰ ਟਿਕਟਾਂ ਮਿਲਣੀਆਂ ਨਹੀਂ। ਜੇ ਪ੍ਰਸ਼ਾਂਤ ਕਿਸ਼ੋਰ ਦੇ ਹੱਥ ਸਾਰੀ ਡੋਰ ਹੈ, ਜੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਦੇ ਹੱਥ ਸਾਰੀ ਡੋਰ ਹੈ, ਤੇ ਇਹਨਾਂ ਵਿੱਚੋਂ ਵੀ ਕਈਆਂ ਨੂੰ ਮਯੂਸੀ ਜਿਹੜੀ ਹੈ ਝੱਲਣੀ ਪੈ ਸਕਦੀ ਹੈ। ਜੀ ਦਰਸ਼ਨ ਸਿੰਘ ਬਰਾੜ ਬਾਘਾ ਪੁਰਾਣਾ ਤੋਂ ਵਿਧਾਇਕ ਨੇ, ਜੀ ਉਹਨਾਂ ਦੀ ਵੀਡੀਓ ਬਹੁਤ ਇੱਕ ਵਾਇਰਲ ਹੋਈ ਹੈ। ਜੀ ਉਹ ਜਦੋਂ ਸਾਰੇ ਇਕੱਠੇ ਬੈਠੇ ਹੋਏ ਨੇ, ਲਾਉਣ ਦੇ ਵਿੱਚ ਬੈਠੇ ਹੋਏ ਨੇ, ਖੁੱਲੀ ਜਗ੍ਹਾ ਤੇ ਕੁਰਸੀਆਂ ਢਾਹ ਕੇ, ਜੀ ਤੇ ਹਾਸਾ ਠੱਠਾ ਹੋ ਰਿਹਾ ਤੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਬੋਲੋ, ਤੇ ਉਹ ਕਹਿ ਰਹੇ ਨੇ ਕਿ ਦੇਖੋ ਜੀ ਇਹ ਨਵਜੋਤ ਸਿੰਘ ਸਿੱਧੂ ਹੁਣ ਆ ਗਿਆ। ਪਹਿਲਾਂ ਅਸੀਂ ਜਦੋਂ ਮੀਟਿੰਗਾਂ ਵਿੱਚ ਜਾਂਦੇ ਸੀ, ਮਜਲਿਸਾਂ ਵਿੱਚ ਜਾਂਦੇ ਸੀ, ਰੈਲੀਆਂ ਕਰਦੇ ਸੀ ਤੇ ਲੋਕ ਸਾਨੂੰ ਸਵਾਲ ਕਰਦੇ ਸੀ, ਸਾਨੂੰ ਜਵਾਬ ਨਹੀਂ ਸੀ ਆਉਂਦਾ। ਇਹ ਬਾਬੇ ਨਾਨਕ ਨੇ ਸਾਡੀ ਸੁਣ ਲਈ ਹੈ ਤੇ ਸਿੱਧੂ ਨੇ ਸਾਨੂੰ ਸਾਰਿਆਂ ਨੂੰ ਬਚਾ ਲਿਆ, ਸਾਡੀ ਲਾਜ ਰੱਖ ਲਈ ਹੈ। ਅੱਛਾ ਜੀ। ਤੇ ਕਹਿੰਦੇ ਜੀ ਜਿਵੇਂ ਇਹ ਬੈਟ ਘਮਾਉਂਦੇ ਨੇ ਇਸ ਤਰ੍ਹਾਂ ਕਰਕੇ, ਉਹ ਇਸ਼ਾਰਾ ਜਿਹਾ ਕਰਦੇ ਨੇ ਤੇ ਲੋਕ ਨਾਅਰੇ ਮਾਰਦੇ ਨੇ, ਸੀਟੀਆਂ ਮਾਰਦੇ ਨੇ, ਬੱਲੇ ਬੱਲੇ ਹੋ ਜਾਂਦੀ। ਹੋਰ ਸਾਨੂੰ ਕੀ ਚਾਹੀਦਾ? ਇਹਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਤੇ ਚੁਸਕੀ ਲੈ ਕੇ ਵੀ ਵੇਖਿਆ ਗਿਆ, ਮੀਡੀਆ ਦੇ ਪੱਧਰ ਤੇ ਵੀ ਚੁਸਕੀ ਲੈ ਕੇ ਵੇਖਿਆ ਗਿਆ ਕਿ ਇਹ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ। ਪੰਜਾਬ ਦੇ ਹਿੱਤਾਂ ਨਾਲ ਇਹਨਾਂ ਗੱਲਾਂ ਦਾ ਕੀ ਸੰਬੰਧ ਹੋ ਸਕਦਾ ਹੈ? ਕੀ ਸਿਰਫ ਵੋਟਾਂ ਬਟੋਰਨ ਤੇ ਲੋਕਾਂ ਦੇ ਜਵਾਬਾਂ ਤੋਂ ਬਚਣ ਤੱਕ ਦੀ ਰਾਜਨੀਤੀ ਹੋ ਰਹੀ ਹੈ? ਤੇ ਪੰਜਾਬ ਦੇ ਭਲੇ ਦੀ ਗੱਲ ਤੇ ਕਿਧਰੇ ਗੁਆਚ ਜਾਂਦੀ ਹੈ ਵਿੱਚ। ਹੁਣ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਦੇਖ ਰਹੇ ਨੇ, ਉਹ ਵਿਧਾਇਕਾਂ ਨੂੰ ਨਾਲ ਰਹਿ ਕੇ ਚੱਲ ਰਹੇ ਨੇ, ਜਿਹੜੇ ਕੱਲ ਤੱਕ ਕੈਪਟਨ ਸਾਹਿਬ ਦੇ ਬਹੁਤ ਪੱਕੇ ਹਮਾਇਤੀ ਸਨ। ਉਹ ਕੱਲ ਜਿਹੜੀਆਂ ਫੋਟੋਆਂ ਸੀ ਜਿਹੜੀਆਂ ਦੇਖੀਆਂ ਦਰਬਾਰ ਸਾਹਿਬ ਤੋਂ ਆਈਆਂ, ਉਹਨਾਂ ਵਿੱਚ ਪਿਛਲੀ ਕਤਾਰ ਦੇ ਵਿੱਚ ਖੜੇ ਸਨ। ਉਹ ਵੀ ਸਵਾਲ ਉੱਠਿਆ ਤੇ ਉਹ ਕਹਿੰਦੇ ਜੀ ਕੋਈ ਨਹੀਂ, ਰਸ਼ ਵਿੱਚ ਇਹੋ ਜਿਹਾ ਹੋ ਜਾਂਦਾ ਹੈ ਤੇ ਉੱਥੇ ਜਦੋਂ ਇੰਨੇ ਜਣੇ ਇਕੱਠੇ ਹੋਏ ਹੋਣ ਤੇ ਕੌਣ ਪਿੱਛੇ ਕੌਣ ਅੱਗੇ, ਇਸ ਗੱਲ ਦਾ ਖਿਆਲ ਨਹੀਂ ਰਹਿੰਦਾ। ਪਰ ਤਾਜਪੋਸ਼ੀ ਸਮਾਰੋਹ ਦੇ ਵਿੱਚ ਮੈਂ ਇਹਨੂੰ ਆਪਣੇ ਤੌਰ ਤੇ ਤਾਜਪੋਸ਼ੀ ਕਹਿਣੀ ਪਸੰਦ ਨਹੀਂ ਕਰਾਂਗਾ। ਪਤਾ ਨਹੀਂ ਕਿਹੜਾ ਤਾਜ ਉੱਥੇ ਰੱਖਣਾ, ਹਾਲ ਦੀ ਘੜੀ ਹੈ ਕੰਡਿਆਂ ਦਾ ਤਾਜ ਹੈ, ਜਿੰਨੀਆਂ ਸਮੱਸਿਆਵਾਂ ਪੰਜਾਬ ਵਿੱਚ ਹਨ। ਪਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹਦੀ ਚੁਣ ਚਰਚਾ ਬਣੀ ਰਹੇਗੀ ਤੇ ਆਪਾਂ ਇਸ ਚੁਣ ਚਰਚਾ ਨੂੰ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਇਹ ਗੱਲਾਂ ਬਾਤਾਂ ਨਵਜੋਤ ਸਿੱਧੂ ਦੀਆਂ ਹੋ ਰਹੀਆਂ ਸਨ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਜੇ ਚੁੱਪ ਬੈਠੇ ਨੇ। ਇਹ ਕੋਈ ਅਗਲੀ ਰਣਨੀਤੀ ਵੱਲ ਇਸ਼ਾਰਾ ਤਾਂ ਨਹੀਂ? ਕਿਆ ਅਸਤੀਫਾ ਦੇਣ ਦੀ ਤਿਆਰੀ 'ਚ ਹੈ ਜਾਂ ਕਿਸੇ ਹੋਰ ਪਾਸੇ ਉਡਾਰੀ ਮਾਰਨ ਦੀ ਤਿਆਰੀ 'ਚ? ਜਿੱਥੇ ਤੱਕ ਤਾਂ ਹੋਰ ਪਾਸੇ ਉਡਾਰੀ ਮਾਰਨ ਦੀ ਗੱਲ ਹੈ ਜੀ, ਉਹ ਅੱਜ ਦੀ ਸਥਿਤੀ ਦੇ ਵਿੱਚ ਵਾਜਬ ਨਹੀਂ ਜਾਪਦੀ ਜੀ। ਕਿਹੜਾ ਪਾਸਾ ਉਹਨਾਂ ਲਈ ਖੁੱਲਾ ਹੋਵੇਗਾ? ਕਿਸਾਨਾਂ ਵਾਲਾ ਖੁੱਲਾ ਹੈ। ਵੈਸੇ ਨਵਾਂ ਫਰੰਟ ਕਿਸਾਨਾਂ ਵਾਲਾ ਖੁੱਲਾ ਕਿਸ ਤਰੀਕੇ ਨਾਲ ਹੋ ਸਕਦਾ ਹੈ? ਕਿ ਕਿਸਾਨ ਉਹਨਾਂ ਨੂੰ ਅਪਣਾਉਣਗੇ, ਕਿਸਾਨ ਜਥੇਬੰਦੀਆਂ ਉਹਨਾਂ ਨੂੰ ਅਪਣਾਉਣਗੀਆਂ ਜੀ? ਕਿਸਾਨਾਂ ਪ੍ਰਤੀ ਉਹਨਾਂ ਦੀਆਂ ਨੀਤੀਆਂ ਕੀ ਰਹੀਆਂ ਨੇ? ਕੀ ਸਿਰਫ ਇੰਨਾ ਕਹਿ ਦੇਣਾ ਕਿ ਅਸੀਂ ਕਿਸਾਨ ਅੰਦੋਲਨ ਦੇ ਸਮੇਂ ਦੇ ਵਿੱਚ ਜੀ ਅਸੀਂ ਇਹਨਾਂ ਦਾ ਸਾਥ ਦਿੱਤਾ, ਇਹਨਾਂ ਤੇ ਸਖਤੀ ਨਹੀਂ ਕੀਤੀ ਜੀ? ਇਸ ਗੱਲ ਨਾਲ ਤੇ ਕੋਈ ਹਾਸਲ ਨਹੀਂ ਹੋਣਾ ਬਹੁਤਾ ਜੀ। ਕੈਪਟਨ ਅਮਰਿੰਦਰ ਸਿੰਘ, ਜੇ ਭਾਜਪਾ ਵਾਲੇ ਪਾਸੇ ਦੀ ਗੱਲ ਕਰੀਏ ਜੀ, ਭਾਜਪਾ ਦੀ ਜੋ ਸਥਿਤੀ ਹੈ ਪੰਜਾਬ ਦੇ ਵਿੱਚ ਜੀ, ਉਸ ਨੂੰ ਦੇਖਦੇ ਹੋਏ ਕੈਪਟਨ ਸਾਹਿਬ ਉਹਨਾਂ ਦੀ ਬੇੜੀ ਬੰਨੇ ਲਾ ਸਕਣਗੇ ਜਾਂ ਕੋਈ ਉਹਨਾਂ ਦਾ ਕੋਈ ਚਿਹਰਾ ਮੋਹਰਾ ਕਾਇਮ ਕਰ ਸਕਣਗੇ, ਜਾਂ ਭਾਜਪਾ ਦੀ ਜਿਹੜੀ ਆਪਣੀ ਨੀਤੀ ਹੈ ਕਿ ਉਮਰਦਰਾਜ਼ ਬੰਦਿਆਂ ਨੂੰ ਅਸੀਂ ਨਹੀਂ ਸ਼ਾਮਲ ਕਰਨਾ ਜੀ,
ਤੇ ਉਹਨਾਂ ਨੂੰ ਨਹੀਂ ਅਸੀਂ ਕਿਸੇ ਅਹੁਦੇ ਤੇ ਲੈ ਕੇ ਆਉਣਾ। ਹਾਲਾਂਕਿ ਉਹ ਟਰਾਈ ਕਰ ਚੁੱਕੇ ਨੇ ਕੇਰਲਾ ਦੇ ਵਿੱਚ ਮੈਟਰੋ ਮੈਨ ਨੂੰ ਲਿਆਉਣ ਦੀ, ਜਿਹੜੀ ਕਿ ਫੇਲ ਹੋਈ ਹੈ। ਤੇ ਇੱਥੇ ਉਹ ਕਿਵੇਂ ਟਰਾਈ ਕਰਨਗੇ? ਕੀ ਭਾਜਪਾ ਹਾਈ ਕਮਾਂਡ ਉਹਨਾਂ ਤੇ ਵਿਸ਼ਵਾਸ ਕਰੇਗੀ? ਪਰ ਇਹ ਸਾਰੀਆਂ ਅਟਕਲਾਂ ਨੇ। ਮੈਂ ਮੈਂ ਗੱਲ ਕਰਾਂ, ਬਚਕਾਨਾ ਗੱਲਾਂ ਲੱਗਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਬੜੇ ਮਜ਼ਬੂਤ ਕਾਂਗਰਸ ਆਗੂ ਵਜੋਂ ਉੱਭਰੇ ਨੇ। ਉਹ ਜਿਸ ਤਰ੍ਹਾਂ ਨੀਤੀਆਂ ਦੀ ਉਹਨਾਂ ਨੇ ਸਮੇਂ-ਸਮੇਂ ਤੇ ਗੱਲ ਕੀਤੀ ਹੈ, ਜਿੱਥੇ ਉਹਨਾਂ ਨੇ ਸਟੈਂਡ ਕੀਤਾ ਹੈ, ਉਹ ਕਾਂਗਰਸ ਦੇ ਵਿੱਚ ਹੀ ਰਹਿ ਕੇ ਗੱਲ ਕਰਨ ਦੀ ਉਹਨਾਂ ਦੀ ਬਣਦੀ ਹੈ। ਪਰ ਕਾਂਗਰਸ ਦੇ ਵਿੱਚ ਉਹਨਾਂ ਦੀ ਸਥਿਤੀ ਜਿਹੜੀ ਹੈ, ਜੇ ਉਹਨਾਂ ਨੇ ਕੋਈ ਗੱਲ ਕਰਨੀ ਹੈ ਤੇ ਉਹ ਇੱਕ ਤਾਂ ਇੰਨਾ ਜ਼ਿਆਦਾ ਪਬਲਿਕਲੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਕੁਝ ਹੋਰ ਮੁੱਦਿਆਂ ਤੇ ਉਹਨਾਂ ਨੇ ਕੁਝ ਕੰਮ ਕਰਨ ਦੀ ਕੋਸ਼ਿਸ਼ ਜਿਹੜੀ ਜ਼ਰੂਰ ਕੀਤੀ ਹੈ। ਨੀਤੀਗਤ ਫੈਸਲੇ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਨੇ ਰੂਟੀਨ ਦੇ, ਉਹ ਕਰ ਰਹੇ ਨੇ। ਪਰ ਨਾਲ ਦੀ ਨਾਲ ਜਿਹੜਾ ਰਵੀਨ ਠੁਕਰਾਲ ਦੇ ਜ਼ਰੀਏ ਉਹ ਕੁਝ ਆਪਣਾ ਪੱਖ ਰੱਖਣ ਦੀ ਯਤਨ ਕਰ ਰਹੇ ਨੇ। ਇਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਜੇ ਵੀ ਉਹ ਜਿਹੜਾ ਨਾ ਉਹ ਕੰਨੀ ਕਤਰਾ ਰਹੇ ਨੇ ਇਸ ਮੁੱਦੇ ਤੋਂ। ਇਹਨੂੰ ਮੰਨਣ ਨੂੰ ਅੰਦਰੋਂ ਅੰਦਰ ਉਹ ਤਿਆਰ ਨਹੀਂ। ਮੁਆਫੀ ਮੰਗਣ ਦੀ ਉਹ ਗੱਲ ਕਰਦੇ ਨੇ। ਮੁਆਫੀ ਮੰਗਣ ਨੂੰ ਤੇ ਉਹਨਾਂ ਦੇ ਆਪਣੇ ਵਿਧਾਇਕ ਹੀ ਜਿਹੜੇ ਉਹਨਾਂ ਦੇ ਕਾਂਗਰਸ ਪਾਰਟੀ ਦੇ ਮੈਂਬਰ ਨੇ, ਉਹ ਹੀ ਨਹੀਂ ਰਾਜੀ। ਪ੍ਰਗਟ ਸਿੰਘ ਨੇ ਕਹਿ ਦਿੱਤਾ, ਸੁਖਜਿੰਦਰ ਸਿੰਘ ਰੰਧਾਵਾ ਨੇ ਕਹਿ ਦਿੱਤਾ, ਹੋਰ ਵੀ ਕਹਿਣ ਨੂੰ ਤਿਆਰ ਨੇ। ਮੁਆਫੀ ਮੰਗਣ ਦੇ ਨਾਂ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ 62 ਵਿਧਾਇਕ ਉਹ ਵੀ ਇਹ ਗੱਲ ਕਰਨ ਨੂੰ ਤਿਆਰ ਨਹੀਂ। ਤੇ ਸ਼ਕਤੀ ਪ੍ਰਦਰਸ਼ਨ ਦੀ ਜੇ ਗੱਲ ਆਪਾਂ ਲਾ ਲਈਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਂ ਇਹੋ ਹੀ ਕੀਤਾ ਸੀ ਕਿ ਸ਼ਕਤੀ ਪ੍ਰਦਰਸ਼ਨ ਕਰੋ। ਜਦੋਂ ਪਹਿਲੀ ਵਾਰੀ ਦਿੱਲੀ ਹਾਜ਼ਰੀ ਲਵਾਉਣ ਗਏ ਨੇ ਇਸੇ ਵਿਵਾਦ ਦੇ ਚਲਦਿਆਂ, ਉਹਨਾਂ ਨੇ ਕੀ ਕੀਤਾ ਸੀ? ਸੁਖਪਾਲ ਸਿੰਘ ਖਹਿਰਾ ਤੇ 2 ਹੋਰ ਵਿਅਕਤੀ ਅਸੀਂ ਆਮ ਆਦਮੀ ਪਾਰਟੀ 'ਚੋਂ ਇੱਧਰ ਸ਼ਾਮਲ ਕਰ ਲਏ ਨੇ ਤੇ ਕੇਂਦਰੀ ਹਾਈ ਕਮਾਂਡ ਨੂੰ ਦਿਖਾ, ਦੇਖੋ ਜੀ ਮਾਰਕਾ ਮਾਰ ਕੇ ਆਇਆ ਮੈਂ ਤੁਹਾਡੇ ਕੋਲ। ਇਹ 3 ਚਿਹਰੇ ਜਿਹੜੇ ਨੇ ਇਹ ਲੈਣ ਦੇ ਨੇ ਆਮ ਆਦਮੀ ਪਾਰਟੀ ਦੇ, ਅਸੀਂ ਖਿੱਚ ਕੇ, ਤੇ ਕਾਂਗਰਸ ਮਜ਼ਬੂਤ ਹੈ ਤੇ ਮੇਰੀ ਲੀਡਰਸ਼ਿਪ ਨੂੰ ਲੋਕ ਮੰਨਦੇ ਨੇ। ਪਰ ਕੀ ਇਹ ਕਾਫੀ ਸੀ? ਨਹੀਂ, ਇਹ ਕਾਫੀ ਨਹੀਂ ਹੋਇਆ। ਕੋਈ 1-2 ਕੋਸ਼ਿਸ਼ਾਂ ਉਹਨਾਂ ਨੇ ਹੋਰ ਵੀ ਕੀਤੀਆਂ, ਕੁਝ ਲੋਕ ਉਹਨਾਂ ਦੇ ਹੱਕ 'ਚ ਭੁਗਤੇ ਬੋਲੇ, ਪਰ ਉਹ ਕੋਈ ਇੰਨਾ ਉਹਨਾਂ ਦਾ ਰੌਲਾ ਰੱਪਾ ਪਿਆ ਨਹੀਂ। ਦਬ ਗਏ ਨੇ ਸਾਰੀਆਂ ਆਵਾਜ਼ਾਂ ਦੇ ਥੱਲੇ, ਇਸ ਰੌਲੇ ਰੱਪੇ ਦੇ ਥੱਲੇ ਦਬਦੇ ਨਜ਼ਰ ਆ ਰਹੇ ਨੇ। ਪਰ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਦਾ ਉਹਨਾਂ ਦਾ ਪਿਛਲੇ ਸਾਲਾਂ ਦੇ ਵਿੱਚ ਜਾਂ ਉਹਨਾਂ ਦਾ ਜੀਵਨ, ਸਿਆਸੀ ਜੀਵਨ ਨੂੰ ਵੀ ਵੇਖ ਲਈਏ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹਨਾਂ ਦਾ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣਾ, ਫੌਜ ਦੀ ਨੌਕਰੀ ਦੇ ਵਿੱਚ ਪਹਿਲਾਂ ਛੱਡ ਆਉਣੀ ਨੌਕਰੀ, ਪ੍ਰੀਮਚਿਓਰ ਰਿਟਾਇਰਮੈਂਟ ਲੈ ਕੇ, ਤੇ ਜਦੋਂ ਲੜਾਈ ਲੱਗ ਜਾਣੀ ਫਿਰ ਉੱਥੇ ਮੁਹਾਜ ਤੇ ਫਰੰਟ ਤੇ ਪਹੁੰਚ ਜਾਣਾ। ਪੰਜਾਬੀ ਬੋਲੀ ਦੇ ਆਧਾਰ ਤੇ ਜਦੋਂ ਪੰਜਾਬ ਦੇ ਵਿੱਚੋਂ ਹਰਿਆਣਾ ਵੱਖ ਕੀਤਾ ਗਿਆ, ਕੰਦੂ ਖੇੜੇ ਦੇ ਵਿੱਚ ਉਹਨਾਂ ਦਾ ਪੱਕੇ ਤੌਰ ਤੇ ਇੱਕ ਕੈਂਪ ਲਾ ਲੈਣਾ ਤੇ ਲੜਾਈ ਲੜਨੀ ਪੰਜਾਬੀ ਬੋਲਦੇ ਕੁਝ ਪਿੰਡਾਂ ਦੀ ਖਾਤਰ ਪੇ ਪੰਜਾਬ ਦੇ ਵਿੱਚ ਰਹਿਣ, ਤੇ ਪੰਜਾਬ ਦੇ ਪਾਣੀਆਂ ਤੇ ਜਿਹੜਾ ਉਹਨਾਂ ਨੇ ਮਤਾ ਪੇਸ਼ ਕੀਤਾ ਸੀ ਉਸ ਨੂੰ ਪਾਸ ਕਰਵਾ ਦੇਣਾ, ਤੇ ਕੇਂਦਰੀ ਹਾਈ ਕਮਾਂਡ ਦੀ ਉਦੋਂ ਗੱਲ ਨਾ ਸੁਣਨਾ। ਹਾਲਾਂਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਇਹ ਉਹਨਾਂ ਦੀਆਂ ਕੁਝ ਮਜ਼ਬੂਤ ਫੈਸਲੇ ਲੈਣ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਅੱਜ ਹੁਣ ਸਾਹਮਣੇ ਨਹੀਂ ਆ ਰਹੀਆਂ। ਸ਼ਾਇਦ ਉਮਰ ਦਾ ਤਕਾਜ਼ਾ ਹੈ, ਜਾਂ ਉਹਨਾਂ ਨੂੰ ਇੰਨੀ ਸਪੋਰਟ ਨਹੀਂ ਹੈ ਜਿੰਨੀ ਉਹਨਾਂ ਨੂੰ ਕਦੀ ਹੋਇਆ ਕਰਦੀ ਸੀ, ਤੇ ਜਾਂ ਨਵਜੋਤ ਸਿੰਘ ਸਿੱਧੂ ਨੇ ਮੁੱਦੇ ਹੀ ਲੋਕਾਂ ਦੇ ਮੂਹਰੇ ਇੰਨੇ ਰੱਖ ਦਿੱਤੇ ਜਿਸ ਦਾ ਜਵਾਬ ਦੇਣਾ ਅਦਰਵਾਈਜ਼ ਔਖਾ ਹੈ। ਤੇ ਜਿੱਥੇ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕਿ ਮੁੱਦਿਆਂ ਦੀ ਤੇ ਉਹਨਾਂ ਨੇ ਗੱਲ ਕੀਤੀ ਨਾ, ਉਹਨਾਂ ਨੇ ਕਿਹਾ ਕਿ ਦੇਖ ਲਓ, ਪਟਿਆਲੇ ਤੋਂ ਚੋਣ ਲੜਨੀ ਤੇ ਦੇਖ ਲਓ, ਤੇਰਾ ਹਾਲ ਵੀ ਉਹ ਫੌਜੀ ਸਾਹਿਬ ਵਾਲਾ ਹੋਣਾ, ਜਨਰਲ ਜੇ ਸਿੰਘ ਵਾਲਾ। ਉਹਨਾਂ ਨੇ ਫਿਰ ਜਦੋਂ ਜਨਰਲ ਜੇ ਸਿੰਘ ਨੇ ਗੱਲ ਕੀਤੀ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਹੁਣ ਇਹ ਸਾਰੇ ਇਲਜ਼ਾਮਾਂ ਦੇ ਜਵਾਬ ਦੇਣ ਤੋਂ ਬਚਦੇ ਇਸ ਲੈਵਲ ਤੇ ਆ ਗਏ ਨੇ। ਅੱਜ ਉਸ ਸਮੇਤ ਆਪਣੇ 14 ਜਾਂ 15 ਵਿਧਾਇਕਾਂ ਦੀ ਸਪੋਰਟ ਉਹਨਾਂ ਦੇ ਕੋਲ ਸ਼ਾਇਦ ਹੋ ਸਕਦੀ ਹੈ, ਪੱਕੇ ਤੌਰ ਤੇ ਨਹੀਂ, ਸ਼ਾਇਦ ਹੋ ਸਕਦੀ ਹੈ। ਪਰ ਮੁੱਖ ਮੰਤਰੀ ਦੀ ਕੁਰਸੀ ਨੂੰ ਅਜੇ ਕੋਈ ਬਹੁਤਾ ਖਤਰਾ ਜਾਪਦਾ ਨਹੀਂ। ਪਰ ਜੇ ਉਹਨਾਂ ਨੇ ਇਸ ਤਰ੍ਹਾਂ ਦਾ ਸਖਤ ਤੇ ਅੜੀਅਲ ਰਵੱਈਆ ਅਪਣਾ ਕੇ ਰੱਖਿਆ ਫਿਰ ਹੋ ਵੀ ਸਕਦਾ ਜੀ। ਤੇ ਇਸ ਵੇਲੇ ਜੇ ਕਿਸਾਨ ਸੰਸਦ ਦੀ ਗੱਲ ਕਰੀਏ ਤੇ ਅੱਜ 22 ਤਰੀਕ ਹੈ, ਕਿਸਾਨ ਸੰਸਦ ਲੱਗ ਗਈ ਹੈ ਜਾਂ ਕੀ ਬਣ ਰਿਹਾ ਉੱਥੇ? ਕਿਸਾਨ ਸੰਸਦ ਬਾਰੇ ਕੱਲ੍ਹ ਹੀ ਖਬਰ ਆ ਗਈ ਸੀ ਕਿ ਦਿੱਲੀ ਪੁਲਿਸ ਦੇ ਨਾਲ ਜਿਹੜੀ ਗੱਲ ਹੋਈ ਹੈ ਕਿ ਸੰਸਦ ਵੱਲ ਪਾਰਲੀਮੈਂਟ ਦੇ ਬਾਹਰ ਉਹਨਾਂ ਨੂੰ, ਜਿੱਥੇ ਸੈਸ਼ਨ ਚੱਲ ਰਹੇ ਨੇ ਉੱਥੇ ਉਹਨਾਂ ਨੂੰ ਆਪਣੀ ਸੰਸਦ ਜਾਂ ਆਪਣਾ ਕੋਈ ਪ੍ਰਦਰਸ਼ਨ ਜਾਂ ਹੋਰ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਗੱਲ ਇੱਥੇ ਮੁੱਕੀ ਕਿ ਜੰਤਰ ਮੰਤਰ ਤੇ ਜਾਣਾ ਹੈ ਤੇ 200 ਕਿਸਾਨ ਜਿਹੜੇ ਨੇ ਉਹ ਜਾਣਗੇ ਉੱਥੇ ਬੱਸਾਂ ਦੇ ਵਿੱਚ, ਤੇ ਉੱਥੇ ਉਹਨਾਂ ਨੂੰ ਆਪਣਾ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਧਰਨਾ ਪ੍ਰਦਰਸ਼ਨ ਸੰਸਦ ਜਿਵੇਂ ਉਹ ਜੋ ਚਾਹੁਣ ਕਰ ਸਕਦੇ ਨੇ। ਤੇ ਦਿੱਲੀ ਪੁਲਿਸ ਉਹਨਾਂ ਤੇ ਕੁਝ ਸ਼ਰਤਾਂ ਦੇ ਤਹਿਤ ਉਹਨਾਂ ਤੇ ਨਜ਼ਰ ਰੱਖੇਗੀ, ਕੋਈ ਸਖਤੀ ਨਹੀਂ ਵਰਤੇਗੀ। ਇਹ ਦਿੱਲੀ ਪੁਲਿਸ ਨਾਲ ਸਾਰੀ ਗੱਲਬਾਤ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਹੈ। ਪਰ ਦਿੱਲੀ ਪੁਲਿਸ ਦੇ ਨਾਲ ਜਿਹੜਾ ਹੋਇਆ ਸਮਝੌਤਾ ਹੈ, ਉਹ ਹੁਣ ਤੱਕ ਦੀਆਂ ਖਬਰਾਂ ਜਦੋਂ ਤੱਕ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਹ ਇਹ ਨੇ ਕਿ ਕਿਸਾਨ ਉੱਥੋਂ ਗਏ ਨੇ, ਜਾਣ ਦੇ ਵਿੱਚ ਵੀ ਥੋੜ੍ਹਾ ਜਿਹਾ ਲੇਟ ਹੋਏ ਨੇ, ਬੱਸਾਂ ਗਈਆਂ ਨੇ, ਤੇ ਫਿਰ ਇੱਕ ਮੈਰਿਜ ਪੈਲੇਸ ਵਰਗੀ ਇੱਕ ਇਮਾਰਤ ਦੇ ਵਿੱਚ ਲਿਜਾ ਕੇ ਉਹਨਾਂ ਨੂੰ
ਕਿਸਾਨਾਂ ਨੂੰ ਚੈਕਿੰਗ ਕੀਤੀ ਗਈ, ਸਾਰੀ ਜਾਂਚ ਉਹਨਾਂ ਦੀ ਕੀਤੀ ਗਈ, ਤਲਾਸ਼ੀ ਵੀ ਲਈ ਗਈ ਦੱਸੀ ਜਾਂਦੀ ਹੈ ਜੀ ਤੇ ਉਹਨਾਂ ਦੇ ਡਾਕੂਮੈਂਟ ਵਗੈਰਾ ਵੀ ਸਾਰੇ ਕ੍ਰਾਸ ਚੈੱਕ ਕੀਤੇ ਨੇ ਤੇ ਖੱਜਲ ਖੁਆਰ ਉੱਥੇ ਕੀਤਾ, ਕੁਝ ਸਮਾਂ ਵੱਧ ਬਰਬਾਦ ਕਰਨ ਦੀ ਕੋਸ਼ਿਸ਼ ਜੀ ਜਾਣਬੁੱਝ ਕੇ ਕੀਤੀ ਗਈ ਹੈ, ਇਹ ਕਿਸਾਨ ਆਗੂਆਂ ਨੇ ਦੱਸਿਆ। ਜੀ ਤੇ ਉਹਨਾਂ ਨੂੰ ਅਜੇ ਵੀ ਹੁਣ ਤੋਂ ਦੁਪਹਿਰ ਦੇ ਤਕਰੀਬਨ 1:45 ਵਜੇ ਤੋਂ ਤੱਕ ਉਹ ਜੰਤਰ ਮੰਤਰ ਤੇ ਕੁਝ ਕੁ ਕਿਸਾਨ ਨਹੀਂ ਪਹੁੰਚੇ ਸਨ, ਸਾਰੇ ਨਹੀਂ ਪਹੁੰਚੇ ਸਨ, ਜੀ ਪਰ ਕਿਸਾਨ ਉੱਥੇ ਪਹੁੰਚ ਰਹੇ ਨੇ। ਕਿਸਾਨਾਂ ਨੇ ਵੀ ਇਹ ਗੱਲ ਜਿਹੜੀ ਸ਼ਰਤ ਇੱਕ ਵਾਰੀ ਤਾਂ ਮੰਨ ਲਈ ਹੈ ਮੋਰਚੇ ਦੇ ਥਰੂ, ਜਿਹੜੀ ਗੱਲਬਾਤ ਦਿੱਲੀ ਪੁਲਿਸ ਨਾਲ ਹੋਈ ਹੈ, ਪਰ ਅਜੇ ਵੀ ਕੁਝ ਕਿਸਾਨ ਆਗੂ ਜਿਹੜੇ ਨੇ, ਜੋਗਿੰਦਰ ਯਾਦਵ ਵੀ ਇਹ ਕਹਿ ਰਹੇ ਨੇ ਕਿ ਅਸੀਂ ਸੰਸਦ ਵੱਲ ਨੂੰ ਜਾਣਾ ਹੀ ਜਾਣਾ ਹੈ। ਜੀ ਲਾਲ ਕਿਲ੍ਹੇ ਵਾਲੀ ਤੇ ਕਹਾਣੀ ਖਤਮ ਹੈ। ਜੀ ਲਾਲ ਕਿਲ੍ਹੇ ਵੱਲੋਂ ਤੇ ਕਿਸਾਨ ਪਹਿਲਾਂ ਵੀ ਜਾਣ ਦੀ ਗੱਲ ਨਹੀਂ ਸੀ ਕਰ ਰਹੇ ਜੀ ਤੇ ਉਹਨਾਂ ਵਿੱਚੋਂ ਕੌਣ ਕਿਵੇਂ ਕਿੱਦਾਂ ਚੱਲ ਗਿਆ ਉਹ ਸਾਰੀ ਜਾਂਚ ਚੱਲ ਰਹੀ ਹੈ। ਜੀ ਪਰ ਲਾਲ ਕਿਲ੍ਹੇ ਤੇ 15 ਅਗਸਤ ਕਰਕੇ ਉੱਥੇ ਜਿਹੜੇ ਪ੍ਰਧਾਨ ਮੰਤਰੀ ਨੇ ਭਾਸ਼ਣ ਦੇਣਾ ਹੁੰਦਾ ਹੈ, ਝੰਡਾ ਲਹਿਰਾਉਣਾ ਹੁੰਦਾ, ਉਸ ਕਰਕੇ ਉਹ ਸਾਰਾ ਬੰਦ ਹੈ, ਜੀ ਉੱਥੇ ਇਸ ਕਰਕੇ ਜਾਣਾ ਸੰਭਵ ਨਹੀਂ ਤੇ ਸੰਸਦ ਵੱਲ ਨੂੰ ਜਾਣ ਦਾ ਪ੍ਰੋਗਰਾਮ ਫੇਰ ਕਿਸਾਨ ਬਣਾਏ ਬੈਠੇ ਨੇ। ਜੀ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸੰਸਦ ਵੱਲ ਨੂੰ ਜਾਵਾਂਗੇ ਤੇ ਜਿੱਥੇ ਸਾਨੂੰ ਪੁਲਿਸ ਰੋਕੇਗੀ ਅਸੀਂ ਉੱਥੇ ਬਹਿ ਜਾਣਾ ਤੇ ਉੱਥੇ ਧਰਨਾ ਦੇਵਾਂਗੇ। ਜੀ ਤੇ ਪੁਲਿਸ ਨੇ ਉੱਥੇ ਜ਼ਿਆਦਾ ਨਫਰੀ ਇੰਨੀ ਲੈ ਆਂਦੀ ਹੈ ਜੀ ਕਿ ਬਿਲਕੁਲ ਉਹ ਏਰੀਆ ਕਾਰਡਨ ਆਫ ਕਰ ਦਿੱਤਾ ਗਿਆ। ਜੰਤਰ ਮੰਤਰ ਜਿਹੜਾ ਹੈ ਉੱਥੇ ਇਹੋ ਹੀ ਨਹੀਂ ਕਿ ਕਿਸਾਨਾਂ ਦਾ ਹੀ ਉੱਥੇ ਧਰਨਾ ਪ੍ਰਦਰਸ਼ਨ ਹੋਵੇਗਾ, ਉਹ ਓਵਰਆਲ ਸਾਰੇ ਇੰਡੀਆ ਤੋਂ ਬਹੁਤ ਸਾਰੀਆਂ ਸੰਸਥਾਵਾਂ, ਪ੍ਰੈਸ਼ਰ ਗਰੁੱਪ, ਦਬਾਅ ਸਮੂਹ, ਕੋਈ ਪੋਲੀਟੀਕਲ ਪਾਰਟੀ ਜਾਂ ਕਾਰਕੁਨ, ਸਮਾਜਿਕ ਕਾਰਕੁਨ, ਸਮਾਜ ਸੇਵੀ, ਉਹ ਆਪਣੇ ਆਪਣੇ ਤਰੀਕੇ ਨਾਲ ਉਹ ਗੱਲ ਜਿਹੜੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਕਈ ਸਾਲ ਵੀ ਧਰਨੇ ਲਾ ਕੇ ਉੱਥੇ ਬੈਠੇ ਰਹਿੰਦੇ ਨੇ। ਜੰਤਰ ਮੰਤਰ ਇਹੋ ਜਿਹੀ ਜਗ੍ਹਾ ਹੈ। ਜੰਤਰ ਮੰਤਰ ਤੇ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਹੀ ਵੱਡਾ ਜਿਹੜਾ ਧਰਨਾ ਮੁਜ਼ਾਹਰਾ ਹੋਇਆ ਸੀ ਜਦੋਂ ਭ੍ਰਿਸ਼ਟਾਚਾਰ ਤੇ ਹੋਰ ਸਾਰੀਆਂ ਗੱਲਾਂ ਦੇ ਖਿਲਾਫ ਆਵਾਜ਼ਾਂ ਉੱਠੀਆਂ ਸਨ ਤੇ ਉੱਥੇ ਜਿਹੜਾ ਮੁੱਢ ਵੱਜਾ ਸੀ ਕਿ ਉਹਨਾਂ ਦੀ ਕਾਂਗਰਸ ਸਰਕਾਰ ਦਾ ਖਾਤਮਾ ਹੋ ਗਿਆ ਸੀ। ਆਪਣੀ ਉਹਨਾਂ ਨੇ ਟਰਮ ਤਾਂ ਪੂਰੀ ਕਰ ਲਈ ਪਰ ਅਗਲੀ ਇਲੈਕਸ਼ਨ ਦੇ ਵਿੱਚੋਂ ਕਿਸੇ ਗਿਣਤੀ 'ਚ ਨਾ ਆਏ। ਹੁਣ ਇਹ ਜਿਹੜੀ ਸਥਿਤੀ ਪੈਦਾ ਹੋ ਰਹੀ ਹੈ ਥੋੜੀ ਜਿਹੀ ਟਕਰਾਅ ਵਾਲੀ ਲੱਗਦੀ ਹੈ, ਪਰ ਕਿਸਾਨਾਂ ਦੀ ਗਿਣਤੀ ਉੱਥੇ ਇੰਨੀ ਜ਼ਿਆਦਾ ਨਹੀਂ, ਗਿਣਤੀ ਮਿਣਤੀ ਦੇ ਕਿਸਾਨ ਗਏ ਹੋਏ ਨੇ, ਉਹਨਾਂ ਨੂੰ ਬੱਸਾਂ ਲੈ ਕੇ ਗਈਆਂ ਨੇ, ਪਰ ਖੱਜਲ ਖੁਆਰ ਕੀਤਾ ਜਾ ਰਿਹਾ ਜਾਂ ਕਿਸਾਨਾਂ ਨੂੰ ਸੰਸਦ ਵੱਲ ਨੂੰ ਜਾਣ ਦਿੱਤਾ ਜਾਵੇਗਾ ਜਾਂ ਨਹੀਂ, ਇਹ ਤੇ ਪੁਲਿਸ ਦਾ ਪੱਕਾ ਹੈ ਕਿ ਉਹਨਾਂ ਕਿਹਾ ਕਿ ਅਸੀਂ ਜਾਣ ਨਹੀਂ ਦੇਣਾ। ਤੇ ਸਾਡੇ ਕਿਸਾਨ ਆਗੂ ਕੁਝ ਕਹਿ ਰਹੇ ਨੇ ਕਿ ਅਸੀਂ ਮਾਰਚ ਜ਼ਰੂਰ ਆਪਣਾ ਕਰਨਾ ਹੈ, ਸਾਨੂੰ ਜਾਣ ਦੇਣ ਨਾ ਦੇਣ ਇਹ ਅਗਲਾ ਵਿਸ਼ਾ ਹੈ, ਅਸੀਂ ਜੋ ਵੀ ਕਰਨਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਕਰਨਾ ਹੈ। ਜੀ ਤੇ ਕੁਲਦੀਪ ਜੀ, ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਤੇ ਅੱਜ ਸਵੇਰੇ ਜਦੋਂ ਕੰਪਲੈਕਸ ਦੇ ਅੰਦਰ ਖੇਤੀ ਮੰਤਰੀ ਜਾ ਰਹੇ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਬਿੰਦੂ ਦਰ ਬਿੰਦੂ ਗੱਲਬਾਤ ਲਈ ਤਿਆਰ ਹਾਂ। ਫਿਰ ਤੋਂ ਖੇਤੀ ਮੰਤਰੀ ਦਾ ਇੰਜ ਕਹਿਣਾ ਤੇ ਅਕਾਲੀ ਦਲ ਵੱਲੋਂ ਝੰਡੇ ਦਿਖਾ ਕੇ ਮਤਲਬ ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਉਹ ਕਹਿ ਕੇ ਪ੍ਰਗਟਾਵਾ ਕਰਨਾ, ਕਿੱਦਾਂ ਦੇਖਦੇ ਹੋ ਤੁਸੀਂ ਇਸ? ਖੇਤੀ ਮੰਤਰੀ ਜਿੰਨੇ ਕੋ ਬਿਆਨ ਦੇ ਰਹੇ ਨੇ ਸ਼ਾਇਦ ਉਹਨਾਂ ਵਿੱਚੋਂ ਕੁਝ ਬਿਆਨ ਉਹ ਆਪਣੀ ਮਰਜ਼ੀ ਨਾਲ ਦਿੰਦੇ ਹੋਣ ਜੀ, ਪਰ ਫੈਸਲਾ ਕੁਨ ਜਿਹੜੇ ਕੋਈ ਗੱਲਾਂ ਕਰਨੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਕੋਈ ਫੈਸਲਾ ਹੋਣਾ ਹੈ ਜੀ, ਇਹ ਬਿੱਲਾਂ ਤੇ ਰੋਕ ਲੱਗਣੀ ਜਾਂ ਨਹੀਂ ਲੱਗਣੀ, ਯੈਸ ਔਰ ਨੋ ਜੀ, ਬਿੱਲ ਰੱਦ ਹੋਣੇ ਨੇ, ਇਹਨਾਂ ਵਿੱਚ ਕੁਝ ਬਦਲਾਅ ਹੋਣਾ ਜੀ, ਇਹ ਸਾਰੀਆਂ ਗੱਲਾਂ ਤੇ ਨਰਿੰਦਰ ਸਿੰਘ ਤੋਮਰ ਦੇ ਕੋਲ ਮੈਨੂੰ ਲੱਗਦਾ ਬਹੁਤੀ ਅਥਾਰਟੀ ਨਹੀਂ ਹੈ ਜੀ। ਇੱਕ ਦੋ ਵਿਅਕਤੀ ਕੇਂਦਰ ਦੀ ਸਰਕਾਰ ਨੂੰ ਇਸ ਵੇਲੇ ਸਾਰੀ ਡਾਇਰੈਕਸ਼ਨ ਦੇ ਰਹੇ ਨੇ, ਸਾਰਿਆਂ ਨੂੰ ਪਤਾ ਜੀ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਸਾਡੇ ਐਮਪੀ ਨੇ ਤੇ ਕੁਝ ਇੱਕ ਹੋਰ ਭਗਵੰਤ ਮਾਨ, ਉਹਨਾਂ ਨੇ ਕੱਲ ਤੋਂ ਹੀ ਜਾਂ ਜਦੋਂ ਤੋਂ ਸੈਸ਼ਨ ਸ਼ੁਰੂ ਹੋਇਆ ਉਦੋਂ ਤੋਂ ਹੀ ਇਸੇ ਤੇ ਉਹ ਖੜੇ ਨੇ ਕਿ ਅਸੀਂ ਮੁਜ਼ਾਹਰਾ ਵੀ ਕਰਨਾ ਹੈ, ਰੋਸ ਦਾ ਪ੍ਰਗਟਾਵਾ ਵੀ ਕਰਨਾ ਤੇ ਅੰਦਰ ਵੀ ਅਸੀਂ ਜਿਹੜਾ ਹੈ ਉਹ ਕਾਰਵਾਈ ਚੱਲਣ ਦੇ ਵਿੱਚ ਵਿਘਨ ਪਾਉਣਾ ਤੇ ਸਵਾਲ ਅਸੀਂ ਕਿਸਾਨੀ ਮੁੱਦਿਆਂ ਦਾ ਉਠਾਉਣਾ ਜੀ। ਹੁਣ ਸਰਕਾਰ ਦੇ ਨਾਲ ਹੋਰ ਮੁੱਦੇ ਵੀ ਕਈ ਖੜੇ ਹੋ ਗਏ, ਜਸੂਸੀ ਵਾਲਾ ਮੁੱਦਾ ਵੀ ਆ ਕੇ ਖੜਾ ਹੋ ਗਿਆ ਜੀ ਜੀ ਜੀ। ਥੋੜਾ ਜਿਹਾ ਧਿਆਨ ਜਿਹੜਾ ਸੀ ਕੁਝ ਪਾਰਟੀਆਂ ਦਾ ਇਸ ਤੋਂ ਭਟਕਿਆ ਜੀ, ਪਰ ਕਿਸਾਨੀ ਮੁੱਦੇ ਤੇ ਅੱਜ ਕਾਂਗਰਸ ਦੇ ਜਿਹੜੇ ਵਿਧਾਇਕ ਨੇ, ਕਾਂਗਰਸ ਦੇ ਸੰਸਦ ਨੇ, ਉਹ ਵੀ ਇੱਕ ਮੁੱਠ ਨਜ਼ਰ ਆਏ ਨੇ। ਉਹਨਾਂ ਨੇ ਵੀ ਬਾਹਰ ਪਾਰਲੀਮੈਂਟ ਦੇ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ ਇਸ ਦੇ ਖਿਲਾਫ, ਜਿੰਨੇ ਵੀ ਨੇ, ਭਾਵੇਂ ਬਹੁਤੇ ਨਹੀਂ ਤੁਹਾਨੂੰ ਪਤਾ ਹੈ, ਪਰ ਉਹਨਾਂ ਨੇ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ ਪੂਰੇ ਭਾਰਤ ਦੇ ਜਿੰਨੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਇਸ ਤੇ ਇਹਨਾਂ ਨੂੰ ਕਿਸਾਨ ਜਿਹੜੇ ਬਿੱਲ ਨੇ ਇਹਨਾਂ ਤੇ ਕੋਈ ਠੋਸ ਫੈਸਲਾ ਲਓ ਤੇ ਜਲਦੀ ਲਓ। ਪਰ ਨਰਿੰਦਰ ਸਿੰਘ ਤੋਮਰ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ, ਇੱਕ ਦਿਨ ਕੁਛ ਕਹਿ ਦਿੰਦੇ ਨੇ, ਦੂਸਰੇ ਦਿਨ ਕੁਛ ਕਹਿ ਦਿੰਦੇ ਨੇ, ਜਿਹਨਾਂ ਕਿ ਬਿੰਦੂ ਦਰ ਬਿੰਦੂ, ਇਹ ਤਾਂ ਪਹਿਲਾਂ ਵੀ ਗੱਲ ਚੱਲਦੀ ਰਹੀ ਹੈ ਤੇ ਤੁਸੀਂ ਸੱਦੇ ਲਈ ਅਸੀਂ ਇੱਕ ਫੋਨ ਕਾਲ ਹੋਏ ਆ, ਤੁਸੀਂ ਜਦੋਂ ਮਰਜ਼ੀ ਆ ਜਾਣ, ਖੁੱਲੀ ਗੱਲਬਾਤ ਲਈ ਅਸੀਂ ਤਿਆਰ ਹਾਂ, ਤੇ ਫਿਰ ਸੱਦਾ ਤਾਂ ਤੁਸੀਂ ਦੇਣਾ ਹੈ, ਜਗ੍ਹਾ ਤੇ ਟਾਈਮ ਤੇ ਪਲੇਸ ਤੁਹਾਡਾ ਹੋਵੇਗਾ। ਕਿਸਾਨਾਂ ਨੇ ਤੇ ਆ ਜਾਣਾ, ਕਿਸਾਨ ਤੇ ਬੈਠੇ ਹੋਏ ਨੇ, ਸੜਕਾਂ ਤੇ ਬੈਠੇ ਹੋਏ ਨੇ ਵਿਚਾਰੇ,
ਤੇ ਕਿਸਾਨਾਂ ਨੇ ਤੇ ਨਾ ਨਹੀਂ ਕਰਨੀ, ਤੁਸੀਂ ਸਦੋਗੇ ਤੇ ਜ਼ਰੂਰ ਆਉਣਗੇ। ਜੀ ਹਾਂ, ਰੋਟੀ ਆਪਣੀ ਖਾਣਗੇ ਉਹਨਾਂ ਨਾਲ। ਜੀ ਬਿਲਕੁਲ ਕੁਲਦੀਪ ਜੀ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਹੀਰ ਸਾਹਿਬ, ਗੱਲ ਹੁਣ ਕਰੋਨਾ ਦੀ ਕਰਦੇ ਹਾਂ। ਭਾਰਤ ਸਰਕਾਰ ਦੇ ਅੰਕੜੇ ਕੁਝ ਬੋਲਦੇ ਨੇ ਤੇ ਵਿਦੇਸ਼ੀ ਰਿਪੋਰਟ ਕੁਝ ਹੋਰ ਬੋਲ ਰਹੀ ਹੈ। ਤੇ ਇਹ ਜਿਹੜੀ ਵਿਦੇਸ਼ੀ ਰਿਪੋਰਟ ਆਈ ਹੈ ਉਹ ਤੋਂ ਭੜਥੂ ਜਿਹਾ ਪਿਆ ਹੋਇਆ। ਵਿਦੇਸ਼ੀ ਜਿਹੜੀ ਰਿਪੋਰਟ ਹੈ, USA ਦਾ ਕੋਈ ਇੰਸਟੀਚਿਊਟ ਹੈ ਜੀ, ਉਹਨਾਂ ਇਸ ਰਿਪੋਰਟ ਦੇ ਜਿਹੜੇ ਆਥਰ ਨੇ ਉਹਨਾਂ ਵਿੱਚੋਂ 2 ਤੇ ਭਾਰਤੀ ਨੇ, 1 ਤੇ ਉੱਥੇ ਦੇ ਵਸਨੀਕ ਨੇ ਜੀ। ਤੇ ਅਰਵਿੰਦ ਸੁਬਰਾਮਣੀਅਮ, ਇਹ ਸਾਬਕਾ ਭਾਰਤ ਸਰਕਾਰ ਦੇ ਆਰਥਿਕ ਸਲਾਹਕਾਰ ਰਹੇ ਨੇ। ਜੀ ਜਦੋਂ ਰੌਲਾ ਪਿਆ ਰਿਪੋਰਟ ਦਾ ਤੇ ਕੇਂਦਰ ਸਰਕਾਰ ਨੇ ਕਿਹਾ ਨਹੀਂ, ਜੀ, ਉਹਨਾਂ ਨੇ ਕਹਿਣਾ ਹੀ ਸੀ ਇਹ ਰਿਪੋਰਟ ਤੇ ਸਹੀ ਨਹੀਂ, ਇਹ ਤੁਸੀਂ ਆਪਣੀ ਮਰਜ਼ੀ ਨਾਲ ਤਿਆਰ ਉੱਥੋਂ ਕਰ ਦਿੱਤੀ USA ਵਿੱਚ ਬੈਠਿਆਂ ਨੇ, ਜੀ, ਇਹ ਰਿਪੋਰਟ ਵੀ ਤੇ ਸੱਚਾਈ ਕੋਈ ਨਹੀਂ। ਜੀ, ਪਰ ਸਰਵੇ ਕੀਤਾ ਗਿਆ, ਉਸ ਰਿਪੋਰਟ ਦੇ ਮੁਤਾਬਕ, ਜੀ, ਆਥਰਸ ਦੇ ਮੁਤਾਬਕ, ਰਿਪੋਰਟ ਦੀ ਜੋ ਇੱਕ ਉਹਨਾਂ ਨੇ ਅੰਕੜੇ ਦਿੱਤੇ ਨੇ ਉਹਦੇ ਮੁਤਾਬਕ, ਜੀ, ਅਸੀਂ ਵੀ ਆਪਣੇ ਕੋਲੋਂ ਨਹੀਂ ਕਰ ਰਹੇ, ਜੀ, ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ ਕਰੋਨਾ ਨਾਲ 49 ਤੋਂ 50 ਲੱਖ ਦੇ ਦਰਮਿਆਨ ਹੋ ਸਕਦੀ ਹੈ। ਜੀ, ਇੰਨੀ ਹੋਈ ਹੈ ਘੱਟੋ ਘੱਟ ਮੌਤ। ਜੀ, ਹੁਣ ਅਰਵਿੰਦ, ਜਦੋਂ ਉਹਨਾਂ ਦੀ ਰਿਪੋਰਟ ਤੇ ਇਤਰਾਜ਼ ਕੀਤਾ ਭਾਰਤ ਸਰਕਾਰ ਨੇ, ਜੀ, ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਆਰਥਿਕ ਸਲਾਹਕਾਰ ਵੀ ਵਿੱਚ ਹਨ ਇਸ ਦੇ, ਜੀ, ਉਹਨਾਂ ਨੂੰ ਪੁੱਛੋ। ਜੀ, ਅਸੀਂ ਖੋਜ ਕੀਤੀ ਆ, 8 ਲੱਖ ਵਿਅਕਤੀਆਂ ਤੇ ਸਰਵੇ ਕੀਤਾ ਜੀ, ਤੇ ਉੱਥੋਂ ਅਸੀਂ ਅੰਕੜੇ ਇਕੱਤਰ ਕੀਤੇ ਨੇ। ਜੀ, ਸਰਕਾਰ ਨੇ ਇਹ ਕਿਹਾ ਕਿ ਸਾਡੀ ਉਹੀ ਰਿਪੋਰਟ ਹੈ ਕਿ ਹੁਣ ਤੱਕ 4 ਲੱਖ ਜਿਹੜੀਆਂ ਮੌਤਾਂ ਹੋਈਆਂ ਨੇ, ਜੀ, ਤੇ ਕੱਲ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਆਕਸੀਜਨ ਨਾਲ ਕੋਈ ਮੌਤ ਨਹੀਂ ਹੋਈ। ਜੀ, ਬੜਾ ਰੌਲਾ ਪਿਆ ਉੱਤੇ। ਬੜਾ ਰੌਲਾ ਪਿਆ। ਜੀ, ਉਹ ਗੱਲ ਹੋ ਚੁੱਕੀ ਪ੍ਰੋਗਰਾਮਾਂ 'ਚ, ਅਸੀਂ ਨਹੀਂ ਕਰਦੇ ਜੀ, ਗੱਲ। ਸਰਕਾਰ ਜਦੋਂ ਇਨਕਾਰ ਕਰਨ ਤੇ ਆ ਜਾਵੇ ਜੀ, ਤੇ ਫਿਰ ਕਿਸੇ ਵੀ ਗੱਲ ਤੋਂ ਇਨਕਾਰ ਕਰ ਸਕਦੀ ਹੈ। ਜੀ, ਅਸੀਂ ਕਿਸਾਨਾਂ ਦੇ ਗੱਲ ਕਰ ਰਹੇ ਸੀ, ਕਿਸਾਨ ਅੰਦੋਲਨ ਦੀ। ਜੀ, ਖੇਤੀਬਾੜੀ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਕਿੰਨੇ ਕਿਸਾਨ ਮਾਰੇ ਗਏ ਨੇ ਇਸ ਅੰਦੋਲਨ ਵਿੱਚ, ਕਿਵੇਂ ਹੋਏ ਨੇ, ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਜੀ, ਜਦ ਕਿ ਕਿਸਾਨ ਕਹਿੰਦੇ ਨੇ ਕਿ ਸਾਰੇ ਅੰਕੜੇ ਹਸਪਤਾਲਾਂ ਵਿੱਚ ਮੌਜੂਦ ਨੇ, ਉਹਨਾਂ ਦੀਆਂ ਰਿਪੋਰਟਾਂ ਮੌਜੂਦ ਨੇ, ਸਭ ਕੁਝ ਮੌਜੂਦ ਹੈ, ਪਤਾ ਕਿਉਂ ਨਹੀਂ ਤੁਹਾਨੂੰ? ਜੀ, ਇਹ ਨਾਕਾਮੀ ਕਹਿ ਸਕਦੇ ਫਿਰ ਕੇਂਦਰ ਸਰਕਾਰ ਦੀ। ਜੀ, ਨਾਕਾਮੀ ਹੈ। ਪਰ ਹੁਣ ਇਸ ਰਿਪੋਰਟ ਨੇ ਵਾਕਿਆ ਹੀ ਝੰਜੋੜਿਆ। ਜੀ, ਇਹ ਗੱਲ, ਇਹ ਤਾਂ ਰਿਪੋਰਟ ਆ ਗਈ ਗੁਰਵਿੰਦਰ ਜੀ, ਜੀ, ਪਰ ਇਹਦਾ ਮਤਲਬ ਇਹ ਨਹੀਂ ਕਿ ਇਸ ਤੋਂ ਪਹਿਲਾਂ ਗੱਲ ਨਹੀਂ ਹੋਈ ਇਸ ਮੁੱਦੇ ਤੇ। ਜੀ, ਇਹ ਗੱਲ ਕੰਨੋ ਕੰਨੀ, ਜਿਵੇਂ ਕਹਿੰਦੇ ਨੇ ਕਿ ਹੌਲੀ ਹੌਲੀ ਕੋਈ ਬੋਲਦਾ ਜਾਂ ਬੱਚੇ ਆਪਸ ਵਿੱਚ ਜਾਂ ਘਰਾਂ ਦੀਆਂ ਬੀਬੀਆਂ ਬੈਠੀਆਂ ਗੱਲਾਂ ਕਰਦੀਆਂ ਨੇ, ਜੀ, ਗੱਲ ਤਾਂ ਕੋਈ ਹੈ। ਜੀ, ਇੰਨੀ ਮੌਤਾਂ ਤਾਂ ਨਹੀਂ ਹੋਈਆਂ, 4 ਲੱਖ ਤਾਂ ਨਹੀਂ ਹੋਈਆਂ, ਜੀ, ਪਰ ਸਹੀ ਅੰਕੜੇ ਤੇ ਕਿਸੇ ਕੋਲ ਵੀ ਨਹੀਂ। ਜੀ, ਹੁਣ ਵਿਰੋਧੀ ਧਿਰ ਨੇ ਵੀ ਇਹੋ ਕਿਹਾ ਕਿ ਜਾਂ ਤਾਂ ਸਰਕਾਰ ਸਹੀ ਅੰਕੜੇ ਜਾਰੀ ਕਰੇ ਤੇ ਇਸ ਰਿਪੋਰਟ ਨੂੰ ਝੂਠਿਆਂ ਸਾਬਤ ਕਰੇ, ਜੀ, ਤੇ ਨਹੀਂ ਤੇ ਜੋ ਕਹਿੰਦੇ ਉਹਨਾਂ ਨੂੰ ਮੰਨ ਲਵੇ। ਜੀ, ਸੀਰੋ ਸਰਵੇ ਵੀ ਆ, ਜੀ, ਭਾਰਤ ਦਾ ਆਪਣਾ ਸਰਵੇ ਹੈ, ਜੀ, ਤੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜੀਆਂ ਮੌਤਾਂ ਭਾਰਤ ਸਰਕਾਰ ਦੱਸ ਰਹੀ ਹੈ, 1 ਸਿਫਰ ਤੇ ਉਹਦੇ ਮਗਰ ਲਾ ਲਓ, ਜੀ, ਭਾਵ 4 ਲੱਖ ਤੋਂ 40 ਲੱਖ ਤੇ ਹੈ। ਜੀ, ਉਹਨਾਂ ਨੇ ਇੱਕ ਹੋਰ ਗੱਲ ਦੱਸੀ ਹੈ, ਜੀ, ਉਹਨਾਂ ਕਿਹਾ ਕਿ 2/3 ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਵਿੱਚ ਹਰਡ ਇਮਿਊਨਿਟੀ ਬਣ ਚੁੱਕੀ ਹੈ। ਉਹਨਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਸਮੇਂ ਤੇ ਕਰੋਨਾ ਦੀ ਲਾਗ ਨਾਲ ਇੱਕ ਵਾਰੀ ਪੀੜਤ ਹੋ ਕੇ ਦੁਬਾਰਾ ਠੀਕ ਹੋ ਗਏ ਨੇ। ਜੀ, ਹੁਣ 2/3 ਦਾ ਮਤਲਬ 65% ਹੈ ਜੀ, ਕਿ ਇੰਨੇ ਲੋਕਾਂ ਨੂੰ ਕਰੋਨਾ ਹੋ ਕੇ ਹਟ ਗਿਆ। ਹੁਣ 4-5 ਮਹੀਨੇ ਵਾਸਤੇ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ, ਜਾਂ 6 ਮਹੀਨੇ ਵਾਸਤੇ ਮੈਡੀਕਲ ਸਾਇੰਸ ਦੇ ਮੁਤਾਬਕ ਉਹ ਬਣੀ ਰਹੇਗੀ ਜੀ, ਤੇ ਦੁਬਾਰਾ ਲਾਗ ਨਹੀਂ ਲੱਗੇਗੀ। ਪਰ ਤੀਸਰੀ ਲਹਿਰ ਬਾਬਤ ਸਰਕਾਰ ਅਵੇਸਲੀ ਹੈ ਜੀ, ਤੇ ਲੋਕ ਬਹੁਤੇ ਜ਼ਿਆਦਾ ਵਿਸਲੇ ਨੇ, ਜੀ, ਕਿਉਂਕਿ ਸਰਕਾਰ ਵਿਸਲੀ ਹੈ। ਸਰਕਾਰ ਨੇ ਇਨਫ ਇਨਫੋਰਮੇਸ਼ਨ ਅਗਰ ਲੋਕਾਂ ਤੱਕ ਨਾ ਪਹੁੰਚਾਈ ਜੀ, ਤੇ ਬਾਹਰਲੀ ਰਿਪੋਰਟ ਮੁਤਾਬਕ ਤੇ ਸੀਰੋ ਦੀ ਰਿਪੋਰਟ ਮੁਤਾਬਕ ਜਲਦੀ ਤੋਂ ਜਲਦੀ ਜਿਹੜੇ ਹਨ 2-3 ਮਹੀਨਿਆਂ ਦੇ ਵਿੱਚ 40 ਤੋਂ 45 ਕਰੋੜ ਲੋਕਾਂ ਨੂੰ ਦੁਬਾਰਾ ਕਰੋਨਾ ਹੋਣ ਦਾ ਖਤਰਾ ਬਰਕਰਾਰ ਰਹੇਗਾ। ਜੀ, ਹੁਣ ਇਸ ਦੇ ਇਹ ਅੰਕੜਿਆਂ ਤੋਂ ਸਰਕਾਰ ਨੇ ਇਹ ਤਾਂ ਨਹੀਂ ਕਿਹਾ ਕਿ ਅਸੀਂ ਤਿਆਰੀ ਕੀ ਕੀਤੀ ਹੈ, ਜੀ, ਪਰ ਉਸ ਰਿਪੋਰਟ ਨੂੰ ਝੂਠਿਆ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ। ਜੀ, ਅਸੀਂ ਵੀ ਇਹ ਨਹੀਂ ਕਹਿ ਰਹੇ ਕਿ ਰਿਪੋਰਟ ਸਹੀ ਹੈ, ਜੀ, ਪਰ ਇਹ ਗੱਲਾਂ ਬਲਦੇ ਹੋਏ ਸਿਵਿਆਂ ਦੀਆਂ ਫੋਟੋਆਂ, ਜੀ, ਸ਼ਮਸ਼ਾਨਾਂ ਦੇ ਬਾਹਰ ਲੱਗੀਆਂ ਲਾਈਨਾਂ, ਜੀ, ਲੱਕੜ ਦੀ ਘਾਟ, ਬਾਲਣ ਦੀ ਘਾਟ, ਦਰਿਆਵਾਂ ਵਿੱਚ ਰੁੜੀਆਂ ਜਾਂਦੀਆਂ ਲਾਸ਼ਾਂ ਜੀ, ਤੇ ਬੇਗਾਨਗੀ ਦਾ ਅਹਿਸਾਸ, ਜੀ, ਇਹ ਜਿਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਹੋਈਆਂ ਪੰਜਾਬ ਦੇ ਵਿੱਚ ਵੀ
ਹਾਲਾਂਕਿ ਇਹ ਗੱਲ ਆਈ ਹੈ ਕਿ ਜਿਹੜੇ ਮੌਤਾਂ ਹੋਈਆਂ ਉਸ ਦੇ ਅੰਕੜਿਆਂ ਵਿੱਚ ਬਹੁਤਾ ਹੇਰ-ਫੇਰ ਨਹੀਂ ਹੈ, ਪਰ ਸਾਡੇ ਗੁਰਦੁਆਰਾ ਕੀਰਤਪੁਰ ਸਾਹਿਬ, ਪਤਾਲਪੁਰੀ ਸਾਹਿਬ ਜਿਹੜੇ ਜਾਂਦੇ ਨੇ ਅਸਤਾਰਨ ਵਾਸਤੇ, ਉੱਥੇ ਦੇ ਵੀ ਅੰਕੜੇ ਦੱਸਦੇ ਨੇ ਕਿ ਇਹਨਾਂ ਦਿਨਾਂ ਵਿੱਚ ਗਿਣਤੀ ਬਹੁਤ ਰਹੀ ਹੈ। ਸੋ ਮੌਤਾਂ ਹੋਈਆਂ ਤੇ ਬਹੁਤ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਸਰਕਾਰ ਕੋਲ ਸਾਰੇ ਅੰਕੜੇ ਨਹੀਂ, ਪਰ ਸਰਕਾਰ ਇਸ ਤੋਂ ਮੁਨਕਰ ਹੋ ਕੇ ਅਜੇ ਇਸ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਵਿਰੋਧੀ ਧਿਰ ਨੇ ਕਿਹਾ ਕਿ 49 ਲੱਖ ਮੌਤਾਂ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਤੇ ਇਸ ਦਾ ਜਵਾਬ ਇਹਨਾਂ ਨੂੰ ਦੇਣਾ ਪਏਗਾ। ਆਕਸੀਜਨ ਨਾਲ ਕੋਈ ਮੌਤ ਨਹੀਂ ਹੋਈ, ਫਿਰ ਕਿਸ ਤਰ੍ਹਾਂ ਹੋਈ ਹੈ? ਲਾਈਨਾਂ ਕਿਸ ਤਰ੍ਹਾਂ ਲੱਗ ਗਈਆਂ? ਕੀ ਜੰਗ ਛਿੜੀ ਹੋਈ ਸੀ ਇੱਥੇ ਜਾਂ ਕੋਈ ਹੋਰ ਮਹਾਮਾਰੀ ਫੈਲੀ ਹੋਈ ਸੀ? ਆਮ ਹਾਲਾਤਾਂ ਵਿੱਚ ਅਗਰ ਇੰਨੀਆਂ ਮੌਤਾਂ ਨਹੀਂ ਹੁੰਦੀਆਂ, ਉਧਰੋਂ ਲੋਕਡਾਊਨ ਲੱਗਾ ਹੋਇਆ। ਪਿਛਲੇ ਸਾਲ ਅਸੀਂ ਚਲੇ ਜਾਈਏ 2020 ਵਿੱਚ, ਜਦੋਂ ਪਹਿਲਾ ਸਖਤ ਲੋਕਡਾਊਨ ਭਾਰਤ ਵਿੱਚ ਲੱਗਾ ਸੀ ਤੇ ਸ਼ਮਸ਼ਾਨ ਘਾਟਾਂ ਤੋਂ ਖਬਰਾਂ ਆਉਂਦੀਆਂ ਸੀ ਕਿ ਉਹ ਕਹਿੰਦੇ ਸੀ ਕਿ ਜਿਨ੍ਹਾਂ ਸ਼ਹਿਰਾਂ ਦੇ ਵਿੱਚ, ਜਿਸ ਸ਼ਮਸ਼ਾਨ ਘਾਟ ਦੇ ਵਿੱਚ ਰੋਜ਼ਾਨਾ 5 ਤੋਂ 10 ਮ੍ਰਿਤਕ ਪ੍ਰਾਣੀ ਜਿਹੜੇ ਨੇ ਸੰਸਕਾਰ ਵਾਸਤੇ ਆਉਂਦੇ ਸੀ, ਉੱਥੇ 1 ਜਾਂ 2 ਆ ਰਹੇ ਨੇ। ਕਿਉਂਕਿ ਆਮ ਹਾਲਾਤਾਂ ਦੇ ਵਿੱਚ ਕਿਸੇ ਦੀ ਐਕਸੀਡੈਂਟ ਨਾ ਹੋ ਜਾਂਦੀ, ਕਿਸੇ ਦੇ ਹੋਰ ਕਾਰਨ ਨਾ ਹੋ ਜਾਂਦੀ ਹੈ, ਕਿਸੇ ਨੂੰ ਕਰੰਟ ਲੱਗ ਜਾਂਦਾ, ਕਿਸੇ ਨੂੰ ਕੁਝ ਹੋ ਜਾਂਦਾ, ਕੋਈ ਡਿੱਗ ਪੈਂਦਾ, ਕੋਈ ਕੁਝ ਵੀ ਹੈ। ਸਾਰੇ ਲੋਕ ਘਰਾਂ 'ਚ ਬੈਠੇ ਹੋਏ ਸਨ ਤੇ ਮੌਤ ਦਰ ਕਾਫੀ ਘਟ ਗਈ, ਪੋਲੂਸ਼ਨ ਵੀ ਘਟ ਗਈ, ਬਿਮਾਰੀਆਂ ਹਸਪਤਾਲਾਂ ਵਿੱਚ OPD ਖਾਲੀ ਹੋ ਗਈਆਂ। ਹੁਣ ਇਹ ਸਾਰੀਆਂ, ਹੁਣ ਜਿਹੜਾ ਸੀ ਉਹ ਹਾਲਾਤ ਕਿਉਂ ਨਹੀਂ ਬਣੇ? ਲੋਕਡਾਊਨ ਵੀ ਉਹਨਾਂ ਖੋਲ੍ਹਿਆ ਨਹੀਂ ਸੀ ਗਿਆ, ਪਰ ਫਿਰ ਵੀ ਲੋਕਡਾਊਨ ਲੱਗੇ ਹੋਣ ਦੇ ਬਾਵਜੂਦ ਇੰਨੀ ਜ਼ਿਆਦਾ ਗਿਣਤੀ ਹੋਣੀ, ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਪਰ ਇਸ ਗੱਲ ਨੂੰ ਕਿੰਨਾ ਕੁ ਜਵਾਬਦੇਹੀ ਬਣਾ ਸਕਣਗੇ, ਜਾਂ ਵਿਰੋਧੀ ਧਿਰ ਵੀ ਕਿਤੇ ਨਾ ਕਿਤੇ ਜਾ ਕੇ ਸੋਚ ਲਵੇਗੀ, ਜਾਂ ਲੋਕ ਇਹ ਸੋਚਣਗੇ ਕਿ ਚਲੋ ਜੋ ਹੋਇਆ ਠੀਕ ਹੈ, ਪਰ ਅਗਾਂਹ ਵਾਸਤੇ ਕੁਝ ਖਿਆਲ ਕਰੀਏ। ਪਰ ਸਰਕਾਰ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ। ਯੂਪੀ ਦੇ ਵਿੱਚ, ਗੁਜਰਾਤ ਦੇ ਵਿੱਚ, ਬੰਗਾਲ ਦੇ ਵਿੱਚ ਬਹੁਤ ਮੰਦੇ ਹਾਲਾਤ ਹੋਏ ਨੇ। ਚੋਣ ਰੈਲੀਆਂ ਲਗਾਤਾਰ ਹੋਈਆਂ ਨੇ, ਚੋਣਾਂ ਹੋਈਆਂ ਨੇ ਤੇ ਚੋਣ ਦੀ ਪ੍ਰਕਿਰਿਆ ਜਿਹੜੀ ਲਗਾਤਾਰ ਚੱਲਦੀ ਰਹੀ ਹੈ 4 ਸਟੇਟਾਂ ਦੇ ਵਿੱਚ। ਇਹ ਇਸ ਗੱਲ ਤੋਂ ਜਿਹੜਾ ਕੁਝ ਸਬਕ ਨਹੀਂ ਲੈ ਰਹੀ ਅਜੇ ਵੀ ਸਾਡੀ ਸਰਕਾਰ, ਤੇ ਵਿਰੋਧੀ ਧਿਰ ਜਿਹੜੀ ਹੈ ਇੰਨੀ ਸਖਤ ਸਟਰੋਂਗ ਨਹੀਂ ਹੈ ਕਿ ਸਰਕਾਰ ਦੀ ਕੋਈ ਜਵਾਬਦੇਹੀ ਤੈਅ ਕਰ ਸਕੇ। ਤੇ ਇਸ ਵੇਲੇ ਚਰਚਾ ਹੈ ਤੀਜੀ ਲਹਿਰ ਦੀ, ਤਾਂ ਗੱਲ ਕਰ ਲਈ ਕਿ ਆਉਣੀ ਸੰਭਾਵਨਾ ਪੂਰੀ ਹੈ। ਇਸੇ ਦਰਮਿਆਨ ਸਕੂਲ ਖੋਲ੍ਹਣ ਦੀ ਵੀ ਚਰਚਾ ਹੋ ਰਹੀ ਹੈ। ਤੀਜੀ ਲਹਿਰ ਤੈਅ ਹੈ, ਸੰਭਾਵਨਾ ਨਹੀਂ, ਆਉਣੀ ਹੈ ਕਹਿੰਦੇ। ਛੋਟੀ ਆਵੇ ਵੱਡੀ ਆਵੇ ਇੱਕ ਅਲੱਗ ਗੱਲ ਹੈ। ਸਕੂਲ ਖੋਲ੍ਹਣ ਦੀ ਗੱਲ ਹੈ, ਜਿਹੜੀ ਇੰਡੀਅਨ ICMR ਹੈ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਉਹਨਾਂ ਨੇ ਕੁਝ ਆਪਣੇ ਤਰਕ ਦੇ ਹਿਸਾਬ ਨਾਲ ਕਿਹਾ ਕਿ ਤੁਸੀਂ ਪਹਿਲਾਂ ਵੱਡੇ ਸਕੂਲ ਖੋਲ੍ਹ ਰਹੇ ਹੋ, ਪਹਿਲਾਂ ਛੋਟਿਆਂ ਨੂੰ ਖੋਲ੍ਹੋ। ਉਹਨਾਂ ਦਾ ਆਪਣਾ ਤਰਕ ਹੈ, ਸਾਇੰਟੀਫਿਕ ਤਰਕ ਉਹਨਾਂ ਨੇ ਦੇ ਕੇ ਗੱਲ ਕੀਤੀ ਹੈ। ਸਕੂਲ ਖੋਲ੍ਹੇ ਜਾ ਰਹੇ ਨੇ। ਪੜ੍ਹਾਈ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਨੁਕਸਾਨ ਤੇ ਹਰ ਵਰਗ ਦਾ ਹੋਇਆ। ਰੁਜ਼ਗਾਰ ਖੁੱਸ ਗਏ ਨੇ, ਇੰਡਸਟਰੀ ਬੰਦ ਹੋ ਗਈ, ਸਨਅਤ ਬੰਦ ਹੋ ਗਈ ਹੈ। ਬਿਹਾਰ, ਯੂਪੀ ਦੀ ਬੇਤਹਾਸ਼ਾ ਲੇਬਰ ਇਸ ਵੇਲੇ ਪੰਜਾਬ ਦੇ ਵਿੱਚ ਬੈਠੀ ਹੋਈ, ਜਿਹਨਾਂ ਕੋਲ ਰੁਜ਼ਗਾਰ ਨਹੀਂ, ਛੋਟਾ ਮੋਟਾ ਰੁਜ਼ਗਾਰ ਕਰਕੇ ਆਪਣਾ ਕੰਮ ਚਲਾ ਰਹੇ ਨੇ। ਤੇ ਉੱਥੇ ਹਾਲਾਤ ਕਿਹੋ ਜਿਹੇ ਹੋਣਗੇ? ਰੇਲਾਂ ਬੰਦ ਨੇ, ਫਲਾਈਟਾਂ ਬਾਹਰਲੇ ਦੇਸ਼ਾਂ ਦੀਆਂ ਬੰਦ ਨੇ, ਸੈਰ ਸਪਾਟਾ ਬੰਦ ਹੈ, ਇੰਨਾ ਜ਼ਿਆਦਾ ਨਹੀਂ ਚੱਲ ਰਿਹਾ। ਟੂਰਿਜ਼ਮ ਥੋੜ੍ਹੇ ਕਿਤੇ ਨਹੀਂ ਖੁੱਲ੍ਹਾ ਹੈ, ਪਰ ਸਾਰੇ ਹਾਲਾਤ ਜਿਹੜੇ ਨੇ, ਸਕੂਲ ਜਿਹੜੇ ਹਨ, ਪੜ੍ਹਾਈ ਦਾ ਜਿਹੜਾ ਐਜੂਕੇਸ਼ਨ ਦਾ ਨੁਕਸਾਨ ਹੋ ਰਿਹਾ, ਕਿਉਂਕਿ ਸਾਡੇ ਕੋਲ ਉਹ ਸਿਸਟਮ ਨਹੀਂ ਸੀ ਵੀ ਅਸੀਂ ਘਰ ਬੈਠੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੀਏ। ਹੁਣ ਜਦੋਂ ਅਸੀਂ ਅਧਿਆਪਕਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਅਸੀਂ ਆਨਲਾਈਨ ਕਲਾਸਾਂ 'ਤੇ ਲੈਂਦੇ ਹਾਂ। ਜੇ 25 ਬੱਚਿਆਂ ਦੀ ਕਲਾਸ ਹੈ ਤੇ ਉਹਨਾਂ ਵਿੱਚੋਂ ਹਾਰਡਲੀ ਜਿਹੜੇ ਨੇ ਚੌਥਾ ਹਿੱਸਾ ਬੱਚੇ ਜਿਹੜੇ ਨੇ ਆਨਲਾਈਨ ਪ੍ਰੈਜ਼ੈਂਟ ਰਹਿੰਦੇ ਨੇ। ਬਾਕੀ ਉਹ ਕਹਿੰਦੇ ਸਾਡੇ ਕੋਲ ਫੋਨ ਨਹੀਂ ਹੈ, ਸਾਡੇ ਕੋਲ ਆਹ ਨਹੀਂ ਹੈ, ਇੰਟਰਨੈਟ ਦਾ ਕਨੈਕਸ਼ਨ ਨਹੀਂ ਹੈ। 100 ਗੱਲਾਂ ਹੋ ਜਾਂਦੀਆਂ ਨੇ, ਮਜਬੂਰੀ ਹੈ। ਇੱਕ ਘਰ ਵਿੱਚ 2-2 3-3 ਬੱਚੇ ਨੇ, ਇੰਨੇ ਉਹਨਾਂ ਕੋਲ ਗੈਜਟਸ ਨਹੀਂ ਹੈ ਕਿ ਉਹ ਸਾਰੇ ਜਣੇ ਉਹਨਾਂ ਨੂੰ ਪੜ੍ਹਾ ਸਕਣ। ਤੇ ਸਾਰਾ ਨੁਕਸਾਨ ਹੋਇਆ, ਪੜ੍ਹਾਈ ਦਾ ਮਿਆਰ ਯਕੀਨਨ ਥੱਲੇ ਗਿਆ, ਤੇ ਸਰਕਾਰਾਂ ਨੇ ਇਸ ਪ੍ਰਤੀ ਅਜੇ ਵੀ ਕੋਈ ਸਬਕ ਲੈ ਕੇ ਕੋਈ ਠੋਸ ਫੈਸਲਾ ਗਾਂਹ ਵਾਸਤੇ ਨਹੀਂ ਲਿਆ। ਜੀ ਤੇ ਕੁਲਦੀਪ ਜੀ, ਹੁਣ ਮੋਹਨ ਭਾਗਵਤ ਦੀ ਗੱਲ ਕਰਦੇ ਆ, NRC ਤੇ AAC ਦੀ ਗੱਲ ਕਰ ਰਹੇ ਨੇ, ਤੇ ਉਹਨਾਂ ਨੇ ਗੱਲ ਇਸ ਵੇਲੇ ਕਿਉਂ ਕੀਤੀ? ਫਿਰ NRC ਤੇ CAA। ਜੀ, NRC ਹੈ ਨੈਸ਼ਨਲ ਰਜਿਸਟਰ ਫॉर ਸਿਟੀਜ਼ਨਸ਼ਿਪ ਤੇ CAA ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਇਸ ਦੇ ਬਾਰੇ ਰੌਲਾ ਤਾਂ ਪਹਿਲੇ ਪੈ ਚੁੱਕਾ ਹੈ। ਜੀ, ਰੌਲਾ ਇੰਨਾ ਪਿਆ ਕਿ ਸ਼ਾਹੀਨ ਬਾਗ ਦਾ ਮੋਰਚਾ ਲੱਗ ਗਿਆ। ਉਸ ਤੋਂ ਬਾਅਦ ਜੋ ਦਿੱਲੀ ਦੇ ਵਿੱਚ ਮਾਰਧਾੜ ਹੋਈ ਹੈ, ਉਸ ਨੂੰ ਦਿੱਲੀ ਦੰਗਿਆਂ ਦਾ ਨਾਮ ਦਿੱਤਾ ਗਿਆ। ਇੱਕ ਧਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਥੋੜ੍ਹਾ ਜਿਹਾ ਦੱਸ ਦੇਵਾਂ, ਪਹਿਲਾਂ ਬਹੁਤ ਵਾਰੀ ਦੱਸ ਚੁੱਕੇ ਹਾਂ। ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਤਾਂ ਇਹ ਹੈ ਕਿ ਦੇਸ਼ ਵਿੱਚ ਰਹਿੰਦੇ ਨਾਗਰਿਕਾਂ ਦਾ ਜਾਂ ਲੋਕਾਂ ਦਾ ਇੱਕ ਰਜਿਸਟਰ ਕਾਇਮ ਕੀਤਾ ਜਾਵੇਗਾ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਸਾਡੇ ਦੇਸ਼ ਦਾ ਨਾਗਰਿਕ ਹੈ ਜਾਂ ਨਹੀਂ ਹੈ, ਜਾਂ ਇਸ ਕੋਲ ਕਿਹੜੇ ਡਾਕੂਮੈਂਟ ਨੇ, ਜਾਂ ਅਧਿਕਾਰ ਤਹਿਤ ਰਹਿ ਰਿਹਾ, ਜਾਂ ਇਸ ਕੋਲ ਕੋਈ ਰਹਿਣ ਦਾ ਅਧਿਕਾਰ ਨਹੀਂ ਹੈ। CAA ਹੈ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਸ ਦੇ ਤਹਿਤ ਜੋ ਸਾਡੇ ਗੁਆਂਢੀ ਮੁਲਕ ਨੇ, ਬੰਗਲਾਦੇਸ਼ ਹੈ, ਨੇਪਾਲ ਹੈ, ਬਰਮਾ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਇਹਨਾਂ ਦੇਸ਼ਾਂ ਦੇ ਵਿੱਚ ਮਾਈਨੋਰਟੀਜ਼ ਜਿਹੜੇ ਘੱਟ ਗਿਣਤੀ ਲੋਕ ਨੇ, ਨੇਪਾਲ ਵਿੱਚ ਤਾਂ ਨਹੀਂ, ਨੇਪਾਲ ਵਿੱਚ ਤੇ ਬਹੁ ਗਿਣਤੀ ਹਿੰਦੂ ਭਾਈਚਾਰੇ ਦੀ ਹੈ,
ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਤੇ ਡਾਇਰੈਕਟ ਕਰਕੇ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਕਿ ਇਹਨਾਂ ਵਿੱਚ ਘੱਟ ਗਿਣਤੀ ਜਿਹੜਾ ਭਾਈਚਾਰਾ ਹੈ ਮੁਸਲਿਮ ਭਾਈਚਾਰੇ ਤੋਂ ਇਲਾਵਾ, ਕਿਉਂਕਿ ਇਸਲਾਮਿਕ ਦੇਸ਼ ਨੇ ਜੀ ਤੇ ਉੱਥੋਂ ਜਿਹੜੇ ਉਹਨਾਂ ਨੂੰ ਲਿਆਉਣ ਵਾਸਤੇ ਕੋਈ ਇੱਥੇ ਲਿਆ ਕੇ ਆਪਣੇ ਮੁਲਕ ਦੇ ਵਿੱਚ ਜੇ ਕੋਈ ਆਉਂਦੇ ਨੇ ਉਹਨਾਂ ਨੂੰ ਰਿਫਿਊਜ ਦਿੱਤੀ ਜਾਵੇਗੀ, ਪਨਾਹ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਡਾਕੂਮੈਂਟ ਦਿੱਤੇ ਜਾਣਗੇ। ਜੀ ਉਹ ਆਪਣੇ ਆਪ ਦੇ ਵਿੱਚ ਹਾਸੋਹੀਣੀ ਗੱਲ ਵੀ ਸੀ। ਤੇ ਜਿਹੜੇ ਇੰਨੇ ਸਾਲਾਂ ਤੋਂ ਸ਼ਰਨਾਰਥੀ ਇੱਥੇ ਆਏ ਹੋਏ ਸਨ ਜੀ ਪਰ ਉਹ ਭਾਈਚਾਰੇ ਹੋਰ ਨਾਲ ਸੰਬੰਧਿਤ ਸਨ, ਜੀ ਉਹਨਾਂ ਤੋਂ ਹੁਣ ਪੁੱਛਿਆ ਜਾਵੇਗਾ ਕਿ ਤੁਹਾਡੇ ਕੋਲ ਡਾਕੂਮੈਂਟ ਕਿਹੜੇ ਨੇ, ਤੇ ਜੇ ਉਹਨਾਂ ਕੋਲ ਨਹੀਂ ਆਉਂਦੇ ਡਾਕੂਮੈਂਟ ਜੀ ਤੇ ਚੱਕ ਕੇ ਬਾਹਰ ਮਾਰਿਆ ਜਾਵੇਗਾ। ਜੀ ਸਾਡੇ ਜਿਹੜੇ ਨੇ ਸਤਿਗੁਰੂ ਜੱਗੀ ਬਾਸਦੇਵ ਜੀ, ਉਹ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਰਹਿਣ ਕਿ ਪਤਾ ਹੋਣਾ ਚਾਹੀਦਾ ਸਾਨੂੰ ਸਾਡੇ ਦੇਸ਼ 'ਚ ਕੌਣ ਰਹਿੰਦਾ। ਭਾਈ ਤੁਸੀਂ ਕੌਣ ਹੋ? ਜੀ ਮੇਰਾ ਖਿਆਲ ਇਨਸਾਨੀਅਤ ਦਾ ਤੇ ਨਾ ਹੀ ਨਹੀਂ ਰਿਹਾ ਆਇਆ ਇਸ ਦੇ ਵਿੱਚ। ਜੀ ਇਹ ਇਨਡਾਇਰੈਕਟਲੀ ਜਿਹੜਾ ਸੀ ਇੱਕ ਭਾਈਚਾਰੇ ਨੂੰ ਟਾਰਗੇਟ ਕਰਕੇ ਬਣਾਇਆ ਗਿਆ ਦੋਨੇ ਕਾਨੂੰਨ ਸੀ, ਜਿਸ ਦੇ ਖਿਲਾਫ ਕਾਫੀ ਸਾਰਾ ਰੌਲਾ ਪਿਆ ਜੀ ਪਰ ਬਹੁਤੀ ਗੱਲ ਚੱਲੀ ਨਹੀਂ। ਕੇਂਦਰ ਸਰਕਾਰ ਨੇ ਰੂਲ ਲਾਗੂ ਕਰ ਦਿੱਤੇ ਨੇ। ਜੀ ਮੋਹਨ ਭਾਗਵਤ ਕੁਝ ਦਿਨ ਪਹਿਲਾਂ ਆਰਐਸਐਸ ਦੇ ਇੱਕ ਇਸਲਾਮਿਕ ਵਿੰਗ ਦੇ ਵਿੱਚ ਜਾ ਕੇ ਕੁਝ ਹੋਰ ਗੱਲ ਕਰਦੇ ਨੇ ਜੀ ਤੇ ਹੁਣ ਅਸਾਮ ਗਏ ਹੋਏ ਸੀ। ਜੀ ਅਸਾਮ ਦੇ ਵਿੱਚ ਮਸਲਾ ਰਹਿੰਦਾ ਹੈ ਬੰਗਲਾਦੇਸ਼ ਦੇ ਸ਼ਰਨਾਰਥੀਆਂ ਦਾ। ਜੀ ਉੱਥੇ ਜਾ ਕੇ ਉਹਨਾਂ ਨੇ ਕਹਿ ਦਿੱਤਾ ਕਿ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਇਸ ਤੋਂ ਇਹ ਮੁਸਲਮਾਨਾਂ ਦੇ ਖਿਲਾਫ ਬਣਾਇਆ ਕਾਨੂੰਨ ਨਹੀਂ ਹੈ, ਜੀ ਇਸ ਕਰਕੇ ਇਸ ਤੋਂ ਘਬਰਾਓ ਨਾ, ਤੁਸੀਂ ਬੇਫਿਕਰ ਹੋ ਕੇ ਇੱਥੇ ਰਹੀ ਜਾਓ ਆਈ ਜਾਓ। ਮੋਹਨ ਭਾਗਵਤ ਪਤਾ ਨਹੀਂ ਇਸ ਮੋਹਨ ਭਾਗਵਤ ਆਰਐਸਐਸ ਦੇ ਜਿਹੜੇ ਮੁਖੀ ਨੇ ਜੀ ਤੇ ਜੇ ਸਰਕਾਰੀ ਕੰਮਕਾਜ ਦੇ ਵਿੱਚ ਉਹ ਇਸ ਤਰ੍ਹਾਂ ਦੀ ਗਰੰਟੀ ਦੇ ਰਹੇ ਨੇ ਜੀ ਤੇ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਕੋਲ ਕੋਈ ਇਸ ਤਰ੍ਹਾਂ ਦਾ ਅਧਿਕਾਰ ਖੇਤਰ ਹੈ ਜਾਂ ਉਹਨਾਂ ਕੋਲ ਇੰਨੀ ਨੌਲੇਜ ਜਾਂ ਸਟੱਡੀ ਜਾਂ ਉਹਨਾਂ ਕੋਲ ਇੰਨੀ ਖੋਜ ਦੇ ਆਧਾਰਿਤ ਜਾਂ ਤੱਥਾਂ ਦੇ ਆਧਾਰਿਤ ਕੋਈ ਗੱਲਬਾਤ ਹੋਵੇਗੀ। ਰਿਪਰੈਜ਼ੈਂਟ ਤੁਸੀਂ ਇੱਕ ਕੱਟੜਵਾਦੀ ਸੰਸਥਾ ਨੂੰ ਕਰ ਰਹੇ ਹੋ ਜੀ ਤੇ ਉਹਨਾਂ ਦੇ ਉਸ ਤਰੀਕੇ ਨਾਲ ਚੱਲ ਰਹੇ ਹੋ ਤੁਸੀਂ ਤੇ ਗੱਲਾਂ ਤੁਸੀਂ ਕਨਸਟੀਟਿਊਸ਼ਨ ਦੀਆਂ ਮੱਦਾਂ ਜਿਹੜੀਆਂ ਹਨ ਸ਼ਰਤਾਂ ਹਨ ਉਹ ਕਰ ਰਹੇ ਹੋ। ਜੀ ਸਰਕਾਰ ਠੀਕ ਹੈ ਜੁੜੀ ਹੋਈ ਹੈ, ਨਰਿੰਦਰ ਮੋਦੀ ਵੀ ਉਸੇ ਸੰਸਥਾ ਦੇ ਵਿੱਚੋਂ ਆਏ ਨੇ ਜੀ ਪਰ ਮੇਰਾ ਖਿਆਲ ਹੈ ਕਿ ਸਰਕਾਰ ਦੇ ਆਪਣੇ ਕੰਮਕਾਜ ਦੇ ਪ੍ਰਤੀ ਇਸ ਤਰ੍ਹਾਂ ਦੀਆਂ ਗਰੰਟੀਆਂ ਆਰਐਸਐਸ ਮੁਖੀ ਦੀਆਂ ਦੇਣੀਆਂ ਇਹ ਕੋਈ ਬਹੁਤੀ ਵਧੀਆ ਗੱਲ ਹੈ। ਤੇ ਕੁਲਦੀਪ ਜੀ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਇਸੇ ਤਰ੍ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਹੀਰ ਜੀ ਗੱਲ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਤੁਸੀਂ ਗੱਲਾਂ 'ਚ ਕੀਤੀ ਸੀ ਤੇ ਹੁਣ ਇਹ ਦੋਨੋਂ ਦੇਸ਼ ਆਪਸ ਵਿੱਚ ਕਿਹੜੀ ਗੱਲੋਂ ਉਲਝੇ ਨੇ? ਅਫਗਾਨਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਕਸ਼ਮਕਸ਼ ਚੱਲ ਰਹੀ ਹੈ ਜੀ ਤੇ ਭਾਰਤ ਸਰਕਾਰ ਛਿਛੋਪੰਜ ਵਿੱਚ ਹੈ ਜੀ ਕਿ ਉੱਥੇ ਆਪਣਾ ਰੋਲ ਜਿਹੜਾ ਹੈ ਉਸ ਨੂੰ ਸੀਮਿਤ ਕੀਤਾ ਜਾਵੇ ਜਾਂ ਐਵੇਂ ਕੰਟੀਨਿਊ ਕੀਤਾ ਜਾਵੇ। ਜੀ ਪਾਕਿਸਤਾਨ ਉੱਥੇ ਪੈਦਾ ਹੋਈਆਂ ਸਥਿਤੀਆਂ ਤੋਂ ਬਹੁਤ ਖੁਸ਼ ਹੈ। ਜੀ ਪਾਕਿਸਤਾਨ ਦੀ ਸਰਕਾਰ ਉੱਥੇ ਦੇ ਆਈਐਸਆਈ ਤੇ ਹੋਰ ਅਦਾਰੇ ਕੱਛਾਂ ਵਜਾ ਰਹੇ ਨੇ ਜੀ ਕਿ ਤਾਲਿਬਾਨ ਉੱਥੇ ਸਟਰੋਂਗ ਹੋ ਰਿਹਾ ਜੀ ਕਿਉਂਕਿ ਆਪਣਾ ਪਾਲਿਆ ਹੋਇਆ ਬੱਚਾ ਤੇ ਉੱਥੇ ਜਿਹੜੀ ਸਰਕਾਰ ਹੈ ਤੇ ਅਫਗਾਨ ਨੈਸ਼ਨਲ ਆਰਮੀ ਹੈ ਉਹ ਕਮਜ਼ੋਰ ਪੈ ਰਹੇ ਨੇ ਦਿਨੋਂ ਦਿਨ। ਜੀ ਅਫਗਾਨਿਸਤਾਨ ਦੇ ਇੱਕ ਸਾਬਕਾ ਰਾਸ਼ਟਰਪਤੀ ਨੇ ਇਸ ਗੱਲ ਨੂੰ ਹੋਰ ਹਵਾ ਦੇ ਦਿੱਤੀ। ਉਹਨਾਂ ਨੇ ਪਾਕਿਸਤਾਨ ਨੂੰ ਜਿਹੜੀ ਅਸਲ ਵਿੱਚ ਹੁਣ ਅਫਗਾਨਿਸਤਾਨ 'ਚ ਸਰਕਾਰ ਹੈ ਉਹਨਾਂ ਦੀ ਪਾਕਿਸਤਾਨ ਨਾਲ ਕਈ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। ਜੀ ਕੋਈ ਹੋਰ ਜੰਗ ਨਹੀਂ, ਜੀ ਉਹ ਇੱਕ ਦੂਸਰੇ ਤੇ ਵਾਰ ਕਰ ਰਹੇ ਨੇ। ਮੁੱਦਾ ਕੀ ਹੈ ਵੈਸੇ? ਮੁੱਦਾ ਇਹੋ ਕਿ ਤਾਲਿਬਾਨ ਉੱਥੇ ਜਿਹੜਾ ਅੱਗੇ ਵਧ ਰਿਹਾ ਤੇ ਤਾਲਿਬਾਨ ਨੂੰ ਸਪੋਰਟ ਜਿਹੜਾ ਪਾਕਿਸਤਾਨ ਕਰ ਰਿਹਾ ਜੀ ਤੇ ਜਿਹੜੀ ਹੁਣ ਸਰਕਾਰ ਮੌਜੂਦਾ ਹੈ ਜੀ ਉਸ ਨੂੰ ਸਪੋਰਟ ਜਿਹੜੀ ਸੀ ਅਮਰੀਕਾ, ਭਾਰਤ ਤੇ ਹੋਰ ਜਿਹੜੇ ਦੇਸ਼ ਨੇ ਜਿਨ੍ਹਾਂ ਨੇ ਉੱਥੇ ਫੌਜੀ ਕਾਰਵਾਈਆਂ ਚਲਾਈਆਂ ਜਾਂ ਤਰੱਕੀ ਦੇ ਕੰਮ ਕੀਤੇ ਜੀ ਉਹਨਾਂ ਦੀ ਸਪੋਰਟ ਨਾਲ ਬਣੀ ਹੋਈ ਸੀ। ਤੇ ਤਾਲਿਬਾਨ ਜਦੋਂ ਅੱਗੇ ਵਧੇਗਾ ਤੇ ਨੈਚੁਰਲੀ ਉਹ ਕਮਜ਼ੋਰ ਹੋਣਗੇ ਜਾਂ ਬਾਹਰ ਜਾਣਗੇ ਮੁਲਕ ਚੋਂ ਤੇ ਇਹਨਾਂ ਮੁਲਕਾਂ ਨੂੰ ਧੱਕਾ ਵੱਜੇਗਾ ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਲ ਹੈ ਜੀ ਤੇ ਪਾਕਿਸਤਾਨ ਇਸੇ ਗੱਲ ਨਾਲ ਖੁਸ਼ ਹੋਈ ਜਾਂਦਾ ਹੈ। ਜੀ ਪਾਕਿਸਤਾਨ ਦੇ ਵਿੱਚ ਉਹਨਾਂ ਅਫਗਾਨਾਂ ਦੇ ਖਿਲਾਫ ਜਾਂ ਤਾਲਿਬਾਨ ਦੀ ਮਦਦ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ। ਮੀਡੀਆ ਦੇ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਉਹਨਾਂ ਨੂੰ ਹੌਸਲਾ ਅਫਜ਼ਾਈ ਜਿਹੜੀ ਇੱਕ ਕਿਸਮ ਦੀ ਦਿੱਤੀ ਜਾਂਦੀ ਹੈ। ਤੁਸੀਂ ਤਕੜੇ ਹੋਵੋ ਤੇ ਕਬਜ਼ਾ ਕਰੋ ਇਸ ਮੁਲਕ ਦੀ ਜਿਹੜਾ ਰਾਜਗੱਦੀ ਤੇ। ਹੁਣ ਉਹ ਪਤਾ ਨਹੀਂ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਕਾਫੀ ਹਿੱਸੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਐਮਬੈਸੀਆਂ ਅਜੇ ਚੱਲ ਰਹੀਆਂ ਨੇ ਤੇ ਫੌਜਾਂ ਉੱਥੋਂ ਅਮਰੀਕਨ ਤੇ ਹੋਰ ਫੌਜਾਂ ਤਕਰੀਬਨ ਜਾ ਚੁੱਕੀਆਂ ਨੇ। ਏਅਰਬੇਸ ਖਾਲੀ ਕਰ ਦਿੱਤੇ ਨੇ। ਕੰਟੇਨਰਾਂ ਦੇ ਵਿੱਚ ਵੱਡੇ ਵੱਡੇ ਦਫ਼ਤਰ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਹਿੰਦੇ ਕੋਡ ਜਿੰਦੇ ਲਾਏ ਗਏ ਨੇ। ਕਈ ਜਗ੍ਹਾ ਤੋਂ ਤੇ ਬਹੁਤਾ ਸਮਾਨ ਚੁੱਕ ਲਿਆ, ਕਈ ਜਗ੍ਹਾ ਤੇ ਇਹੋ ਜਿਹੇ ਜਿੰਦੇ ਲਾ ਦਿੱਤੇ ਗਏ ਨੇ ਕਿ ਜਿਨ੍ਹਾਂ ਦੇ ਪਾਸਵਰਡ ਅਫਗਾਨਿਸਤਾਨ ਸਰਕਾਰ ਕੋਲ ਵੀ ਨਹੀਂ ਹੈ। ਪਰ ਜੇ ਸਰਕਾਰ ਨਾ ਰਹੀ ਤੇ ਪਾਸਵਰਡ ਨਾ ਬੂਹਾ ਕਿਨ ਖੋਲਣਾ, ਅਗਲੇ ਕਿਸੇ ਹੋਰ ਤਰੀਕੇ ਨਾਲ ਖੋਲਣਗੇ।
ਪਰ ਉਹਨਾਂ ਦੇ ਕੰਮ ਦੀ ਅੰਦਰ ਕਿਹੜੀ ਵਸਤ ਹੋਵੇਗੀ? ਜੀ ਅਮਰੀਕਾ ਸਰਕਾਰ ਜਿਹੜੀ ਹੈ ਰਿਮੋਟ ਕੰਟਰੋਲ ਦੇ ਨਾਲ ਹੀ ਹੁਣ ਚਲਾਉਣਾ ਚਾਹੁੰਦੀ ਹੈ। ਉੱਥੇ ਉਹਨਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਜਿਹੜੀ ਹੈ ਤਕਰੀਬਨ ਖਤਮ ਹੋ ਚੁੱਕੀ ਹੈ। ਐਮਬੈਸੀਆਂ ਵਾਲੇ ਖੇਤਰ ਨੂੰ ਅਮਰੀਕਾ ਦੀ ਆਰਮੀ ਜਿਹੜੀ ਹੈ, ਫੌਜ ਹੈ, ਉਹ ਅਜੇ ਦੇਖਭਾਲ ਕਰ ਰਹੀ ਹੈ। ਇਸ ਤੋਂ ਬਾਅਦ ਕੁਝ ਨਹੀਂ, ਸਾਰੇ ਪਾਸਿਓਂ ਗੈਰ ਹਾਜ਼ਰ ਨੇ। ਹੁਣ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਇੱਕ ਫੋਟੋ ਜਿਹੜੀ ਸੀ ਪ੍ਰਦਰਸ਼ਿਤ ਕਰ ਦਿੱਤੀ, ਟਵਿੱਟਰ ਤੇ ਪਾ ਦਿੱਤੀ, ਜਿਸ ਨਾਲ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜਿਹੜਾ ਸੀ ਮਿਰਚਾਂ ਲੱਗਣੀਆਂ ਸੁਭਾਵਿਕ ਵੀ ਸੀ। ਉਹ ਫੋਟੋ ਸੀ ਬੰਗਲਾਦੇਸ਼ ਦੀ। ਜਦੋਂ ਬੰਗਲਾਦੇਸ਼, ਜਿਸ ਨੂੰ ਪਹਿਲਾਂ ਈਸਟ ਪਾਕਿਸਤਾਨ ਕਿਹਾ ਜਾਂਦਾ ਸੀ, ਪੂਰਬੀ ਪਾਕਿਸਤਾਨ ਸੀ, ਤੇ ਉੱਥੇ ਲਹਿਰ ਚੱਲ ਰਹੀ ਸੀ ਕਿ ਅਸੀਂ ਅਲੱਗ ਹੋਣਾ ਹੈ ਪਾਕਿਸਤਾਨ ਨਾਲੋਂ, ਤੇ ਭਾਰਤ ਸਰਕਾਰ ਨੇ ਵਿੱਚ ਇੰਟਰਵੀਨ ਕੀਤਾ, ਮਦਦ ਕੀਤੀ, ਤੇ ਬੰਗਲਾਦੇਸ਼ ਜਿਹੜਾ ਸੀ ਉਹ ਇੱਕ ਦੇਸ਼ ਬਣ ਗਿਆ। ਜਦੋਂ ਦੇਸ਼ ਬਣਦਾ ਹੈ ਤੇ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਫੌਜ ਸੀ, ਉਹਨਾਂ ਨੇ ਆਤਮ ਸਮਰਪਣ ਸਰੈਂਡਰ ਕੀਤਾ। ਜਨਰਲ ਏ.ਕੇ. ਨਿਆਜ਼ੀ ਉਹਨਾਂ ਦੇ ਤੇ ਸਾਡੇ ਜਨਰਲ ਜਗਜੀਤ ਸਿੰਘ ਅਰੋੜਾ ਸਰਦਾਰ ਸਾਹਿਬ ਬੈਠੇ ਹੋਏ ਨੇ, ਤੇ ਏ.ਕੇ. ਨਿਆਜ਼ੀ ਤੋਂ ਸਾਈਨ ਕਰਵਾ ਰਹੇ ਨੇ ਆਤਮ ਸਮਰਪਣ ਤੇ। ਉਹ ਫੋਟੋ ਸਾਰੇ ਭਾਰਤ ਦੇ ਫੌਜੀ ਮਿਊਜ਼ੀਅਮਾਂ ਦੇ ਵਿੱਚ ਲੱਗੀ ਹੋਈ ਹੈ, ਥਾਂ ਥਾਂ ਘੁੰਮਦੀ ਹੈ ਜਦੋਂ ਦਿਨ ਆਉਂਦਾ 71 ਦੀ ਜੰਗ ਦਾ। ਤੇ ਪਾਕਿਸਤਾਨ ਦੇ ਬੇਸਿਕਲੀ ਇੱਕ ਰਿਸ ਦਾ ਜ਼ਖਮ ਹੈ ਉਹ ਫੋਟੋ। ਕਿਵੇਂ ਉਹਨਾਂ ਨੇ ਆਪਣੇ ਹਥਿਆਰ ਸੌਂਪ ਦਿੱਤੇ, ਸਾਰੀਆਂ ਸਟੋਰੀਆਂ ਛਪਦੀਆਂ ਰਹਿੰਦੀਆਂ ਨੇ ਕਿ ਉਹਨਾਂ ਨੇ ਬੈਜ ਲਾ ਕੇ ਦਿੱਤੇ ਜਾਂ ਆਪਣਾ ਰਿਵਾਲਵਰ ਰੱਖ ਦਿੱਤਾ ਜਾਂ ਬੇਇੱਜ਼ਤੀ ਮਹਿਸੂਸ ਕੀਤੀ, ਪਰ ਗੋਡੇ ਟੇਕ ਦਿੱਤੇ। ਤੇ ਪਾਕਿਸਤਾਨ ਦੀ ਜਿਹੜੀ ਹਜ਼ਾਰਾਂ ਫੌਜੀ ਸੀ ਉਹ ਤੇ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਬੰਦੀ ਬਣਾ ਲਿਆ ਗਿਆ ਸੀ ਬਿਨਾਂ ਕਿਸੇ ਸੰਘਰਸ਼ ਦੇ। ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ, ਪਰ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਹਾਲਾਤ ਬਦਲੇ। ਪਾਕਿਸਤਾਨ ਭਾਰਤ ਦੇ ਹਾਲਾਤ ਵਿੱਚ ਵੀ ਸੁਖਾਵੇਂ ਵੀ ਹੁੰਦੇ ਰਹੇ, ਪਰ ਉਹ ਇੱਕ ਰਿਸ਼ਤੇ ਜ਼ਖਮ ਵਜੋਂ ਉਹ ਰਿਹਾ। ਹੁਣ ਉਹ ਨਿਆਜ਼ੀ ਸਨ, ਏ.ਕੇ. ਨਿਆਜ਼ੀ, ਤੇ ਇਮਰਾਨ ਖਾਨ ਵੀ ਨਿਆਜ਼ੀ ਨੇ, ਤੇ ਇਸ ਕਰਕੇ ਵੀ ਇਮਰਾਨ ਖਾਨ ਨੂੰ ਵੀ ਕਈ ਵਾਰ ਉੱਥੇ ਦੇ ਸਿਆਸਤਦਾਨ ਛੇੜਦੇ ਨੇ ਕਿ ਤੁਸੀਂ ਵੀ ਨਿਆਜ਼ੀ ਹੋ। ਖੈਰ ਉਹਨਾਂ ਦਾ ਆਪਣਾ ਮਸਲਾ ਹੈ, ਪਰ ਪਾਕਿਸਤਾਨ ਦੇ ਸ਼ਾਸਕਾਂ ਨੂੰ, ਪਾਕਿਸਤਾਨ ਦੇ ਲੋਕਾਂ ਨੂੰ ਚਿੜਾਉਣ ਖਾਤਰ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਵੱਲੋਂ, ਸਾਬਕਾ ਉਪ ਰਾਸ਼ਟਰਪਤੀ ਵੱਲੋਂ ਇਹ ਫੋਟੋ ਟਵਿੱਟਰ ਤੇ ਪਾ ਕੇ ਆਪਣੇ ਫਿਰ ਬਿਆਨ ਲਿਖ ਦੇਣੇ ਕਿ ਪਾਕਿਸਤਾਨ ਨੂੰ ਆ ਚੇਤਾ ਰੱਖਣਾ ਚਾਹੀਦਾ। ਸਾਨੂੰ ਕਦੀ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਵਿੱਚ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਵੀ ਸਾਨੂੰ ਕਿਸੇ ਆਤਮ ਸਮਰਪਣ ਦੇ ਕਾਗਜ਼ ਤੇ ਦਸਤਖਤ ਕਰਨੇ ਪਏ ਹੋਣ। ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਕਰ ਦਿੱਤੀ ਕਿ ਦੇਖੋ ਪਾਕਿਸਤਾਨ ਵਾਲੇ ਹਟਦੇ ਨਹੀਂ, ਤਾਲਿਬਾਨ ਨੂੰ ਸਪੋਰਟ ਕਰ ਰਹੇ ਨੇ, ਤੇ ਮੇਰੇ ਹੁਣੇ ਹੀ ਘਰ ਦੇ ਲਾਗੇ ਦੀ ਰਾਕਟ ਲੰਘ ਕੇ ਗਿਆ ਤੇ ਉਹ ਥੋੜੀ ਦੂਰੀ ਜਾ ਕੇ ਡਿੱਗ ਪਿਆ, ਤੇ ਮੈਨੂੰ ਇੱਕ ਵਾਰੀ ਬੜਾ ਘਬਰਾਹਟ ਹੋਈ ਕਿ ਕਿੱਥੇ ਆਇਆ ਗਿਆ ਤੇ ਕਿੱਥੇ ਡਿੱਗ ਪਿਆ, ਪਤਾ ਨਹੀਂ ਕੌਣ ਮਾਰਿਆ ਜਾਵੇਗਾ। ਹੁਣ ਪਾਕਿਸਤਾਨ ਦੇ ਵਿੱਚ ਮੀਡੀਆ, ਸੋਸ਼ਲ ਮੀਡੀਆ ਤੇ ਵਾਰ ਜਿਹੜੀ ਛਿੜ ਗਈ ਆਪਣੇ ਆਪ ਦੇ ਵਿੱਚ, ਉਹ ਲੋਕ ਟੀਚਰਾਂ ਉਸ ਨੂੰ ਵੀ ਕਰਨ ਲੱਗ ਪਏ ਕਿ ਤੁਸੀਂ ਇੱਕ ਰਾਕਟ ਦੀ ਆਵਾਜ਼ ਤੋਂ ਡਰ ਗਏ, ਰਾਕਟ ਦੇ ਡਿੱਗਣ ਨਾਲ ਡਰ ਗਏ, ਪਰ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ। ਸੋ ਇਸ ਤਰ੍ਹਾਂ ਦੀ ਕਸ਼ਮਕਸ਼ ਜਿਹੜੀ ਆ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਚੱਲ ਰਹੀ ਹੈ। ਰਿਜ਼ਲਟ ਚੰਗੇ ਨਿਕਲਦੇ ਬਹੁਤੇ ਨਜ਼ਰ ਨਹੀਂ ਆ ਰਹੇ ਅਫਗਾਨਿਸਤਾਨ ਦੇ ਵਿੱਚ। ਇਸ ਨਾਲ ਧੱਕਾ ਨੇਟੋ ਫੋਰਸਿਸ ਤੇ ਭਾਰਤ ਨੂੰ ਸੁਭਾਵਿਕ ਲੱਗਣਾ, ਪਰ ਪਾਕਿਸਤਾਨ ਜਿਹੜੇ ਤਰੀਕੇ ਨਾਲ ਉੱਥੇ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ, ਇਹ ਉਹਨਾਂ ਲਈ ਆਪਣੇ ਲਈ ਵੀ ਇੱਕ ਦਿਨ ਖਤਰੇ ਦੀ ਘੰਟੀ ਸਾਬਤ ਹੋਵੇਗਾ। ਤੇ ਕੁਲਦੀਪ ਜੀ, ਗੱਲ ਹੁਣ ਮਨੀਸ਼ਾ ਗੁਲਾਟੀ ਦੀ ਕਰਦੇ ਹਾਂ, ਕਿਉਂਕਿ ਫਿਰ ਤੋਂ ਚਰਚਾ 'ਚ ਉਹਨਾਂ ਨੇ ਪਿਛਲੇ ਦਿਨੀ ਚਿੱਠੀ ਲਿਖੀ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ, ਤੇ ਉਧਰੋਂ ਕੋਈ ਜਵਾਬ ਆਇਆ ਮਨੀਸ਼ਾ ਗੁਲਾਟੀ ਨੂੰ ਕਿ ਨਹੀਂ? ਜਸਟਿਨ ਟਰੂਡੋ ਜੀ ਨੇ ਜਵਾਬ ਦਿੱਤਾ ਹੈ। ਇਹਨਾਂ ਨੇ ਕਿਹਾ ਸੀ ਕਿ ਕੀ ਤੁਸੀਂ ਆਪਣੇ ਇਸ ਤਰ੍ਹਾਂ ਜਿਹੜੇ ਧੋਖਾਧੜੀ ਦੇ ਪੰਜਾਬ 'ਚ ਕੇਸ ਹੋ ਰਹੇ ਨੇ, ਤੁਸੀਂ ਆਪਣੀ ਇਮੀਗ੍ਰੇਸ਼ਨ ਨਿਯਮਾਂ 'ਚ ਕੁਝ ਬਦਲਾਅ ਕਰੋਗੇ? ਉਹਨਾਂ ਨੇ ਕਹਿ ਦਿੱਤਾ ਨਹੀਂ ਜੀ, ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਦੇ ਪ੍ਰਤੀ ਬਿਲਕੁਲ ਕਲੀਅਰ ਹੈ, ਸੋਚ ਸਮਝ ਕੇ ਬਣਾਏ ਗਏ ਨੇ। ਅਸੀਂ ਇਸ ਕਰਕੇ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਉਸ ਵਿੱਚ ਬਦਲਾਅ ਨਹੀਂ ਕਰਨਾ। ਇੱਥੇ ਸੱਦਾ ਹੈ ਲੋਕਾਂ ਨੂੰ, ਇੱਥੇ ਲੋਕੀ ਆਉਣ, ਰਹਿਣ, ਸੇਵਾ ਕਰਨ ਤੇ ਇੱਥੇ ਦੇ ਚੰਗੇ ਨਾਗਰਿਕ ਬਣ ਕੇ ਰਹਿਣ। ਅਸੀਂ ਇਸ ਗੱਲ ਪ੍ਰਤੀ ਦ੍ਰਿੜ ਹਾਂ। ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਧੋਖਾਧੜੀ ਪ੍ਰਤੀ ਤੁਸੀਂ, ਤੁਹਾਡੀਆਂ ਅੱਖਾਂ ਅੱਜ ਖੁੱਲੀਆਂ ਹੋਣਗੀਆਂ। ਪਰ ਇਸ ਤਰ੍ਹਾਂ ਤਾਂ ਨਹੀਂ ਲਿਖਿਆ ਉਹਨਾਂ ਨੇ, ਲਿਖਿਆ ਕਿ ਅਸੀਂ ਪਹਿਲਾਂ ਤੋਂ ਹੀ ਆਪਣੀ ਵੈਬਸਾਈਟ ਤੇ ਹੋਰਨਾਂ ਚੀਜ਼ਾਂ ਤੇ ਲੋਕਾਂ ਨੂੰ ਆਗਰਾ ਕਰਦੇ ਰਹੇ ਹਾਂ ਵੀ ਆਹ ਦੇਖੋ ਭਾਈ ਇਸ ਤਰ੍ਹਾਂ ਧੋਖੇ ਹੁੰਦੇ ਨੇ, ਇਹਨਾਂ ਤੋਂ ਬਚੋ, ਏਜੰਟਾਂ ਤੋਂ ਬਚੋ, ਫਲਾਣੇ ਤੋਂ ਬਚੋ, ਫਲਾਣੇ ਤੋਂ ਬਚੋ। ਤੇ ਜਿੰਨੇ ਰਜਿਸਟਰਡ ਲੋਕ ਨੇ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ, ਤੇ ਫਿਰ ਤੁਸੀਂ ਕੁਝ ਚੰਗੇ ਪਾਸੇ ਪਹੁੰਚ ਸਕਦੇ ਹੋ। ਸੋ ਉਹਨਾਂ ਨੇ ਸਪਸ਼ਟ ਆਪਣਾ ਜਿਹੜਾ ਸਟੈਂਡ ਹੈ ਕਰ ਦਿੱਤਾ। ਮਨੀਸ਼ਾ ਗੁਲਾਟੀ ਦਾ ਪੱਤਰ ਉਹਨਾਂ ਨੂੰ ਸੁਣ ਕੇ ਜਵਾਬ ਦਿੱਤਾ। ਮੈਂ ਸਮਝਦਾ ਇੰਨੀ ਵੱਡੀ ਗੱਲ ਹੈ, ਇਹ ਗੱਲ ਸਾਨੂੰ ਆਪਣੇ ਸਿਸਟਮ ਦੇ ਵਿੱਚ ਸਮਝ ਲੈਣੀ ਚਾਹੀਦੀ ਕਿ ਸਾਨੂੰ ਹੀ ਕੁਝ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਣਗੇ ਜਿਸ ਦੇ ਨਾਲ ਸਾਡੀ ਆਪਣੀ ਬਦਨਾਮੀ ਨਾ ਹੋਵੇ। ਤੇ ਕੁਲਦੀਪ ਜੀ, ਹੁਣ ਬਾਲੀਵੁੱਡ ਵੱਲ ਚੱਲਦੇ ਹਾਂ। ਸ਼ਿਲਪਾ ਸ਼ੈਟੀ ਇੱਕ ਨਾਮਵਰ ਐਕਟਰੈਸ ਰਹੀ ਹੈ ਤੇ ਹੁਣ ਕਈ ਸ਼ੋਅ ਹੋਸਟ ਕਰਦੀ ਹੈ, ਤੇ ਉਹਦਾ ਪਤੀ ਦਾ ਨਾਮ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ, ਰਾਜ ਕੁੰਦਰਾ ਹੈ ਉਹਦਾ ਨਾਮ। ਤੇ ਮੇਰਾ ਖਿਆਲ ਹੈ ਕਿ ਤੁਸੀਂ ਇੰਟਰੋਡਕਸ਼ਨ ਥੋੜੀ ਜਿਹੀ ਗਲਤ ਕਰ ਦਿੱਤੀ ਪਰਵਿੰਦਰ ਜੀ। ਬਾਲੀਵੁੱਡ ਵੱਲ ਨੂੰ ਲੈ ਗਿਆ, ਰਾਜ ਕੁੰਦਰਾ ਆਪਣੇ ਆਪ ਦੇ ਵਿੱਚ ਬਹੁਤ ਇੱਕ ਚੰਗਾ ਵਪਾਰੀ ਮੰਨਿਆ ਗਿਆ। ਨਹੀਂ, ਪਰ ਨਾਮ ਤਾਂ ਉਹਦਾ ਸ਼ਿਲਪਾ ਸ਼ੈਟੀ ਦੇ ਪਤੀ ਦੇ ਤੌਰ ਤੇ ਅਸੀਂ ਇੰਡੀਅਨ ਲੋਕ ਜਾਣਦੇ। ਚਲੋ ਇਸ ਤਰ੍ਹਾਂ ਲਾ ਲਓ ਜੀ, ਪਰ ਰਾਜ ਕੁੰਦਰਾ ਵਿਵਾਦਗ੍ਰਸਤ ਵਿਅਕਤੀ ਨੇ ਜੀ।
ਇਸ ਵੇਲੇ ਉਹ ਫਸੇ ਹੋਏ ਨੇ ਇੱਕ ਕੇਸ ਦੇ ਵਿੱਚ, ਉਹਨਾਂ ਨੂੰ ਅਰੈਸਟ ਕਰ ਲਿਆ ਪੁਲਿਸ ਨੇ ਤੇ ਜਾਂਚ ਚੱਲ ਰਹੀ ਹੈ ਤੇ ਅਦਾਲਤਾਂ 'ਚ ਵਾਰ-ਵਾਰ ਪੇਸ਼ ਕੀਤਾ ਜਾ ਰਿਹਾ। ਜੀ ਰਾਜ ਕੁੰਦਰਾ ਤੇ ਇਲਜ਼ਾਮ ਹੈ, ਫਰਵਰੀ ਦੇ ਵਿੱਚ ਇੱਕ ਔਰਤ ਨੇ ਮੁੰਬਈ ਪੁਲਿਸ ਦੇ ਕੋਲ ਇੱਕ ਰਿਪੋਰਟ ਦਰਜ ਕਰਾਈ ਜੀ ਕਿ ਇਹ ਰਾਜ ਕੁੰਦਰਾ ਤੇ ਇਸ ਦੇ ਕੁਝ ਸਾਥੀ ਨੌਜਵਾਨ ਲੜਕੇ ਲੜਕੀਆਂ ਨੂੰ ਉਕਸਾ ਕੇ ਲੈ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਵੈਬ ਸੀਰੀਜ਼ ਦੇ ਵਿੱਚ, ਹੋਰ ਸੀਰੀਅਲਾਂ ਦੇ ਵਿੱਚ ਜਾਂ ਕਿਸੇ ਫਿਲਮ ਦੇ ਵਿੱਚ ਕੰਮ ਦਿੰਦੇ ਆ, ਦਵਾਵਾਂਗੇ, ਇਸ ਤਰ੍ਹਾਂ ਕਰਾਂਗੇ ਜੀ ਤੇ ਫਿਰ ਉਹਨਾਂ ਨੂੰ ਵੱਡੀਆਂ ਵੱਡੀਆਂ ਆਫਰਾਂ ਦੇ ਕੇ ਜਿਹੜੀਆਂ ਅਸ਼ਲੀਲ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਉਹਦੀ ਮਾਰਕੀਟਿੰਗ ਕਰਦੇ ਨੇ। ਇੰਗਲੈਂਡ ਦੀ ਇੱਕ ਏਜੰਸੀ ਦੇ ਥਰੂ ਜੋ ਇਹੋ ਜਿਹਾ ਕੰਮ ਕਰਦੀ ਹੈ। ਜੀ ਹੁਣ ਉਹਨਾਂ ਨੂੰ ਕਿਹਾ ਕਿ ਇੱਕ ਲੜਕੀ ਨੇ ਰਿਪੋਰਟ ਲਿਖਵਾਈ ਕਿ ਉਸਨੂੰ ਇੱਕ ਪ੍ਰੋਜੈਕਟ ਦੇ 35 ਲੱਖ ਰੁਪਏ ਜਿਹੜੇ ਸੀ ਉਹ ਦਿੱਤੇ ਗਏ ਜੀ ਤੇ ਉਸਨੇ 15 ਤੋਂ 20 ਪ੍ਰੋਜੈਕਟ ਜਿਹੜੇ ਸੀ ਰਾਜ ਕੁੰਦਰਾ ਵਾਸਤੇ ਇਹੋ ਜਿਹਾ ਕੀਤੇ। ਜੀ ਹੁਣ ਭਾਰਤ ਵਿੱਚ ਇਹ ਲੀਗਲ ਹੈ, ਵਰਜਿਤ ਹੈ ਕਾਨੂੰਨੀ ਤੌਰ ਤੇ ਸਾਰਾ ਕੁਝ, ਜੀ ਪਰ ਉਸਦੀ ਮਾਰਕੀਟਿੰਗ ਕਰਵਾਉਣੀ ਰਾਜ ਕੁੰਦਰਾ ਤੇ ਇਲਜ਼ਾਮ ਲੱਗਾ, ਅਜੇ ਸਾਬਤ ਕੁਝ ਨਹੀਂ ਹੋਇਆ। ਜੀ ਪਰ ਰਾਜ ਕੁੰਦਰਾ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ। ਜੀ ਬਿਟਕੋਇਨ ਇੱਕ ਕਿਸਮ ਦੀ ਕਰੰਸੀ ਹੈ ਜਿਸ ਦੇ ਬਾਰੇ ਫੇਰ ਕਿਤੇ ਗੱਲ ਕਰਾਂਗੇ। ਬਿਟਕੋਇਨ ਦੇ ਬਾਰੇ ਇੱਕ ਕੰਪਨੀ ਰਜਿਸਟਰ ਹੋਈ ਸੀ, ਇੱਕ ਵਿਅਕਤੀ ਤੇ ਦੋਸ਼ ਲੱਗਾ ਕਿ ਉਹਨੇ 8000 ਤੋਂ ਵੱਧ ਕਸਟਮਰ ਫਸਾ ਲਏ ਜੀ ਜਿਨ੍ਹਾਂ ਨੂੰ ਬਿਟਕੋਇਨ ਦੇ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ ਕਿ ਤੁਹਾਨੂੰ ਲੈ ਕੇ ਦਿੰਦੇ ਆ, ਇਸ ਤਰ੍ਹਾਂ ਹੋਊਗੀ, ਇਸ ਤਰ੍ਹਾਂ ਹੋਏਗੀ। ਜੀ ਕ੍ਰਿਪਟੋ ਕਰੰਸੀ ਹੈ, ਜੀ ਵਰਚੁਅਲੀ ਉਹ ਕਿਸੇ ਜਗ੍ਹਾ ਤੇ ਮੌਜੂਦ ਨਹੀਂ ਹੁੰਦੀ ਉਹ, ਜੀ ਪਰ ਉਹ ਲੈ ਕੇ ਦੇਣ ਦੇ ਖਾਤਰ ਇੱਕ ਵੱਡਾ ਫਰਾਡ ਜਿਹੜਾ ਸੀ 2000 ਕਰੋੜ ਦਾ ਜਿਹੜਾ ਸੀ ਘਪਲਾ ਇੱਕ ਸਾਹਮਣੇ ਆਇਆ, ਜੀ ਜਿਸ ਦੇ ਵਿੱਚ ਰਾਜ ਕੁੰਦਰਾ ਦਾ ਨਾਂ ਸੀ, ਇੱਕ ਪਾਰਟਨਰ ਵਜੋਂ ਉਸ ਦੇ ਵਿੱਚ ਸ਼ਾਮਲ ਹੁੰਦਾ ਸੀ। ਰਾਜ ਕੁੰਦਰਾ ਨੇ ਗੱਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮੰਨੀ ਹੈ ਜੀ ਕਿ ਜਿਹੜਾ ਵਿਅਕਤੀ ਇਸ ਕਾਂਡ ਦੇ ਵਿੱਚ ਮੁੱਖ ਦੋਸ਼ੀ ਹੈ, ਮੇਰੇ ਉਹਦੇ ਨਾਲ ਸੰਬੰਧ ਨੇ। ਜੀ ਇਸ ਤੋਂ ਪਹਿਲਾਂ ਵੀ IPL ਇੰਡੀਅਨ ਪ੍ਰੀਮੀਅਰ ਲੀਗ, ਜੀ ਉੱਥੇ ਖਿਡਾਰੀ ਫੀਲਡਿੰਗ ਕਰਦੇ ਨੇ, ਬੋਲਿੰਗ ਕਰਦੇ ਨੇ ਤੇ ਬੈਟਿੰਗ ਕਰਦੇ ਨੇ, ਜੀ ਪਰ ਜਿਹੜੀ ਬੈਟਿੰਗ ਇਹਨਾਂ ਨੇ ਕੀਤੀ ਉਹ BATTING ਨਹੀਂ, ਜੀ BETTING ਹੈ ਬੈਟਿੰਗ, ਬਹੁਤ ਸੱਟਾ ਲਾਉਣਾ। IPL ਦੇ ਵਿੱਚ ਸੱਟਾ ਜਿਹੜਾ ਸੀ ਉਹ ਲੱਗਦਾ ਸੀ ਜੀ ਤੇ ਉੱਥੇ ਵੱਡੇ ਪੱਧਰ ਤੇ ਸੱਟਾ ਲਾ ਕੇ ਫਿਰ ਉਸ ਤੋਂ ਪੈਸੇ ਬਣਾਏ ਜਾਂਦੇ ਸੀ। ਜੀ ਰਾਜ ਕੁੰਦਰਾ ਦਾ ਨਾਮ ਉਸ ਦੇ ਵਿੱਚ ਵੀ ਆਇਆ। ਜੀ ਅਸਲ ਵਿੱਚ ਰਾਜ ਕੁੰਦਰਾ ਕ੍ਰਿਕਟ ਨਾਲ ਕਿਵੇਂ ਜੁੜੇ ਨੇ? ਵਪਾਰੀ ਨੇ, ਪੈਸੇ ਧੇਲੇ ਦਾ ਵਾਹਵਾ ਉਹਨਾਂ ਕੋਲ ਵਹਾ ਹੈ। ਰਾਜਸਥਾਨ ਰਾਇਲਸ ਨਾਂ ਦੀ ਜੋ ਟੀਮ ਹੈ ਜੀ IPL ਦੀ, ਇਸ ਦੇ ਵਿੱਚ ਕੋ-ਓਨਰ ਨੇ, ਭਾਵ ਪੱਕੇ ਇਕੱਲੇ ਮਾਲਕ ਨੇ, ਹੋਰ ਵੀ ਮਾਲਕ ਨੇ ਜੀ ਤੇ ਇਹ ਉਹਨਾਂ ਤੇ ਇਲਜ਼ਾਮ ਲੱਗਾ ਕਿ ਇਸ ਤਰ੍ਹਾਂ ਦੀ ਬੈਟਿੰਗ ਦੇ ਵਿੱਚ ਉਹ ਸ਼ਾਮਲ ਸਨ। ਜੀ ਬੈਟਿੰਗ ਜਿਹੜੀ ਹੈ, ਇਹ ਸੱਟਾ, ਇਹ ਕਈ ਦੇਸ਼ਾਂ ਦੇ ਵਿੱਚ, ਬਹੁਤੇ ਦੇਸ਼ਾਂ ਦੇ ਵਿੱਚ ਇਸ ਤੇ ਕਾਨੂੰਨੀ ਪ੍ਰਕਿਰਿਆ ਹੈ, ਜੀ ਉਹ ਲੀਗਲ ਹੈ, ਉੱਥੇ ਤੁਸੀਂ ਖੇਡ ਸਕਦੇ ਹੋ ਸੱਟਾ। ਜੀ ਸਾਰਾ ਦਿਨ ਚੱਲਦਾ, ਜਦੋਂ ਅਮਰੀਕਾ ਦੇ ਵਿੱਚ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਸਾਰਾ ਦਿਨ ਚੱਲਦੀ ਹੈ, ਉਧਰੋਂ ਮੈਚ ਚੱਲ ਰਿਹਾ ਹੁੰਦਾ, ਨਾਲ ਬੈਟਿੰਗ ਵਾਲੀ ਸਾਈਟ ਇੱਕ ਚੱਲ ਰਹੀ ਹੈ ਵੱਖਰੇ ਤੌਰ ਤੇ, ਜੀ ਲੋਕ ਪੈਸੇ ਲਾਉਂਦੇ ਨੇ, ਜੀ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ। ਪਰ ਭਾਰਤ ਦੇ ਵਿੱਚ ਇਲੀਗਲ ਹੈ, ਕਿਉਂਕਿ ਕ੍ਰਿਕਟ ਦੇ ਵਿੱਚ ਖਾਸ ਤੌਰ ਤੇ ਬੈਟਿੰਗ ਨੂੰ ਲੈ ਕੇ ਹੀ, ਇਹ ਸੱਟੇ ਦੇ ਨਾਂ ਤੇ ਹੀ ਬਹੁਤ ਵਾਰ ਘਪਲੇ ਹੋ ਚੁੱਕੇ ਨੇ। ਫਿਰ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਜੀ ਉਸ ਮਾਮਲੇ ਦੇ ਵਿੱਚ ਵੀ ਰਾਜ ਕੁੰਦਰਾ ਦਾ ਨਾਮ ਆਇਆ ਤੇ ਰਾਜ ਕੁੰਦਰਾ ਨੇ ਗੱਲ ਮੰਨੀ ਕਿ ਮੈਂ ਇਸ ਤਰ੍ਹਾਂ ਦਾ ਕੰਮ ਮਾੜਾ ਮੋਟਾ ਕਰਦਾ ਸੀ। ਫਿਲਮ ਐਕਟਰ ਅਰਬਾਜ਼ ਖਾਨ, ਬਿੰਦੂ ਦਾਰਾ ਸਿੰਘ ਤੇ ਕੁਝ ਹੋਰਨਾਂ ਦੇ ਨਾਮ ਵੀ ਆਏ। ਜੀ ਇਸ ਨੂੰ ਹਮੇਸ਼ਾ ਤੋਂ ਕ੍ਰਿਕਟ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਲਈ ਸੁਪਰੀਮ ਕੋਰਟ ਵੱਲੋਂ ਰੋਕ ਦਿੱਤਾ ਗਿਆ ਕਿ ਤੂੰ ਹੁਣ ਕ੍ਰਿਕਟ ਦੇ ਕੰਮ ਦੇ ਵਿੱਚ ਹਿੱਸਾ ਨਹੀਂ ਲੈਣਾ, ਤੇ ਰਾਜਸਥਾਨ ਰਾਇਲ ਨੂੰ ਵੀ 2 ਸਾਲ ਲਈ ਸਸਪੈਂਡ ਕੀਤਾ ਗਿਆ। ਜੀ ਇਸ ਤੋਂ ਬਾਅਦ ਇੱਕ ਹੁੰਦੀ ਮੈਚ ਫਿਕਸਿੰਗ। ਜੀ ਮੈਚ ਫਿਕਸਿੰਗ ਦੇ ਵਿੱਚ ਤੇ ਵੱਡਾ ਮਾਮਲਾ ਹੁੰਦਾ ਹੈ। ਜੀ ਵੱਡਾ ਮਾਮਲਾ ਇਸ ਤਰ੍ਹਾਂ ਕਿ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਕਿ ਤੁਸੀਂ ਇਸ ਜਗ੍ਹਾ ਤੇ ਮਾੜਾ ਪ੍ਰਦਰਸ਼ਨ ਕਰਨਾ ਹੈ, ਜੀ ਤੁਸੀਂ ਇੱਥੇ ਇਸ ਤਰ੍ਹਾਂ ਕਰ ਦੇਣਾ ਹੈ। ਲੰਬਾ ਚੌੜਾ ਕੰਮ ਹੁੰਦਾ ਕਿ ਤੁਸੀਂ ਇਸ ਤਰੀਕੇ ਨਾਲ ਕਰਕੇ, ਇਦਾਂ ਕਰਕੇ ਮੈਚ ਹਾਰ ਜਾਣਾ ਜਾਂ ਜਿੱਤ ਜਾਣਾ, ਜਾਂ ਦੂਸਰਿਆਂ ਨਾਲ ਵੀ ਸਾਂਝ ਪਾ ਲਈ ਜਾਂਦੀ ਹੈ। ਜੀ ਉਹ ਹੁੰਦੀ ਮੈਚ ਫਿਕਸਿੰਗ ਜੀ ਵੱਡੇ ਪੱਧਰ ਤੇ। ਇੱਕ ਸਪੌਟ ਫਿਕਸਿੰਗ ਹੁੰਦੀ ਹੈ, ਜੀ ਭਾਵ ਕਿ ਇੱਕ ਖਿਡਾਰੀ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਫਲਾਣੇ ਓਵਰ ਦੇ ਫਲਾਣੇ ਸਮੇਂ ਤੇ ਜਾ ਕੇ ਛਿੱਕ ਮਾਰਨੀ ਹੈ, ਜੀ ਜਾਂ ਤੂੰ ਝੁੱਕ ਕੇ ਬਾਲ ਚੁੱਕਣੀ ਹੈ, ਜਾਂ ਨੋ ਬਾਲ ਕਰ ਦੇਣੀ ਹੈ ਜਿਹੜੀ ਤੀਜੀ ਬਾਲ ਹੋਈ। ਸਪੌਟ, ਇੱਕ ਸਪੌਟ ਦੀ ਫਿਕਸਿੰਗ ਕੀਤੀ ਜਾਂਦੀ ਹੈ। ਜੀ ਉਹ ਤੌਲੀਏ ਜਿਹੜੇ ਸੀ ਟੰਗਣੇ ਸੀ, ਉਹ ਤੌਲੀਏ ਦੇ ਚੱਕਰ ਦੇ ਵਿੱਚ 2-3 ਖਿਡਾਰੀ ਸੀ, ਸ਼੍ਰੀਸ਼ੰਤ ਤੇ ਚੰਦੀਲਾ, ਉਹ ਇਸ ਚੱਕਰ ਦੇ ਵਿੱਚ, ਤੇ ਇੱਕ ਹੋਰ ਖਿਡਾਰੀ ਜਿਸਦਾ ਮੈਨੂੰ ਨਾਮ ਯਾਦ ਨਹੀਂ, ਉਹ ਇਸ ਦੇ ਚੱਕਰ ਵਿੱਚ ਫਸ ਗਏ ਜੀ ਤੇ ਉਹਨਾਂ ਦੇ ਵਿੱਚ ਵੀ ਕੁੰਦਰਾ ਸਾਹਿਬ ਦਾ ਨਾਮ ਆਇਆ। ਜੀ ਕੁੰਦਰਾ ਸਾਹਿਬ ਪਿੱਛੋਂ ਪੰਜਾਬੀ ਨੇ, ਜੀ ਲੁਧਿਆਣੇ ਦੇ ਵਿੱਚ ਉਹਨਾਂ ਦੇ ਪਿਤਾ ਜੀ ਇੱਥੇ ਦੇ ਸਨ, ਪਰ ਇਹਨਾਂ ਦਾ ਜਨਮ ਇੰਗਲੈਂਡ ਵਿੱਚ ਹੋਇਆ। ਵਾਧਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਲੱਗਦਾ ਇਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੱਡੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆਉਣਗੀਆਂ, ਪਰ ਜੇ ਵਾਕਿਆ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਹੈ, ਜੇ ਇਹੋ ਜਿਹੀਆਂ ਗੱਲਾਂ ਵਿੱਚ ਸ਼ਾਮਲ ਨੇ, ਤਾਂ ਫਿਰ ਉਹਦੀ ਡੂੰਘੇ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ। ਜੀ ਤੇ ਕੁਲਦੀਪ ਜੀ, ਇਹ ਮੁੱਦਾ ਬਹੁਤ ਵਿਸ਼ਾਲ ਹੈ ਕਿਉਂਕਿ ਕ੍ਰਿਕਟ ਇੱਕ ਵੱਡੀ ਖੇਡ ਹੈ ਭਾਰਤ ਦੇ ਵਿੱਚ ਖਾਸ ਤੌਰ ਤੇ,
ਪਰ ਇਸ ਵੇਲੇ ਸਮਾਂ ਖਤਮ ਹੈ। ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ। ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ ਨਵੇਂ ਮੁੱਦਿਆਂ ਨਾਲ ਫੇਰ ਤੋਂ ਹੋਵਾਂਗੇ ਹਾਜ਼ਰ। ਉਦੋਂ ਤੱਕ ਲਈ ਇਜਾਜ਼ਤ।